सब माई भाई जितने भी सतगुरु जी की पवित्र हजूरी विच पहुंचे हो, सारे अपनी रसना की सफलता वास्ते शब्द विच बोलने की खेचल करो। पहले हिस्से विच दास बोलेगा, दूसरे हिस्से विच सब भाई, और तीसरे हिस्से विच सब बीबियां भी शब्द विच बोल के अपनी रसना पवित्र बना। आप मुक्त मोहे तारे जी, ऐसिया गुरां तो बल बल जाइए। आप मुक्त मोहे तारे जी, ऐसिया गुरां तो बल बल जाइए। आप मुकुट मोहे तारे जी, ऐसिया गुरां तो बल बल। आप मुकुट मोहे तारे जी, ऐसिया गुरां तो बल बल जाइए। आप मुक्त मोहे तारे, ऐसिया गुरां तो बल बल, ऐसिया गुरां तो बल बल जाइए। ऐसिया गुरां तो बल बल जाइए, ऐसिया गुरां तो बल बल जाइए। आप मुक्त मोहे तारे जी, ऐसिया गुरां तो बल बल जाइए। आप मुकुट मोहे तारे जी, ऐसिया गुरां तो बल बल जाइए।
ਨਾਰਾਇਣ ਨਰਪਤ ਨਾਮ ਸੁਕਾਰੈ, ਐਸੇ ਗੁਰ ਕਾ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ, ਕਬਨ 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 ਗੁਣ ਕਹੀਐ, ਅੰਤ ਨਹੀਂ ਕਿਛ ਪਾਰੈ, ਲਾਖ 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 ਕਈ ਕੋਰੈ, ਕੋ ਹੈ ਐਸੋ ਵਿਚਾਰੈ, ਬਿਸਮ 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 ਹੀ ਭਈ ਹੈ, ਲਾਲ ਗੁਲਾਲ ਰੰਗਾਰੈ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉ ਚਾਕ ਗੂੰਗਾ ਮੁਸਕਾਰੈ, ਆਪ ਮੁਕਤ ਮੋਹਿ ਤਾਰੇ ਜੀ, ਐਸਿਆਂ ਗੁਰਾਂ ਤੋਂ ਬਲ ਬਲ, ਆਪ ਮੁਕਤ ਮੋਹਿ ਤਾਰੇ ਜੀ, ਐਸਿਆਂ ਗੁਰਾਂ ਤੋਂ ਬਲ ਬਲ ਜਾਈਏ, ਐਸਿਆਂ ਗੁਰਾਂ ਤੋਂ ਬਲ ਬਲ, ਐਸਿਆਂ ਗੁਰਾਂ ਤੋਂ ਬਲ ਬਲ ਜਾਈਏ, ਐਸਿਆਂ ਗੁਰਾਂ ਤੋਂ ਬਲ ਬਲ ਜਾਈਏ, ਐਸਿਆਂ ਗੁਰਾਂ ਤੋਂ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ ਜੀ, ਐਸਿਆਂ ਗੁਰਾਂ ਤੋਂ ਬਲ ਬਲ, ਆਪ ਮੁਕਤ ਮੋਹਿ ਤਾਰੇ ਜੀ, ਐਸਿਆਂ ਗੁਰਾਂ ਤੋਂ ਬਲ ਬਲ ਜਾਈਏ, ਸਾਧ ਸੰਗਤ। ਆਪਣੇ ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ। ਬੁੱਧ ਨੂੰ ਸ਼ਬਦ ਔਰ ਵਿਚਾਰ ਦੇ ਸਨਮੁਖ ਕਰੋ। ਤਾਂ ਜੋ ਗੁਰਮਤਿ ਦੀ ਵਿਚਾਰ ਆਪਣੇ ਹਿਰਦੇ ਅੰਦਰ ਵਸ ਜਾਵੇ। ਜੋ ਆਪਣਾ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਆਉਣ ਦਾ ਮਨੋਰਥ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਹਨ, ਕਰੋ ਬੇਨੰਤੀ ਸੁਨੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹ ਵੇਲਾ, ਇਹ ਅਵਸਰ ਭਾਵ ਮਨੁੱਖਾ ਦੇ ਹੀ ਕਿਸ ਮਨੋਰਥ ਵਾਸਤੇ ਪ੍ਰਾਪਤ ਹੋਈ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਹਨ, ਐ ਮਿੱਤਰ ਜਨੋ, ਮੈਂ ਇੱਕ ਬੇਨਤੀ ਕਰ ਰਿਹਾ, ਸੁਣੋ ਪੂਰੀ ਤਵੱਜੋ ਦੇ ਕੇ। ਇਹ ਜਿਹੜਾ ਤੁਹਾਨੂੰ ਅਵਸਰ ਪ੍ਰਾਪਤ ਹੋਇਆ, ਭਾਵ ਮਾਨੁਖਤਾ ਨੂੰ ਪ੍ਰਾਪਤ ਹੋਇਆ, ਮਿਲਿਆ ਭਗਤੀ ਔਰ ਸੇਵਾ ਵਾਸਤੇ।
ਇਸ ਮਾਨੁਕ ਤਨ ਦੇ ਸੰਬੰਧ ਕਰਕੇ ਸੰਸਾਰ ਤੋਂ ਬੰਦਗੀ ਔਰ ਸੇਵਾ ਦਾ ਲਾਹਾ ਖੱਟ ਲਓ। ਇਹਾਂ ਖਾਟ ਚਲੋ ਹਰ ਲਾਹਾ, ਆਗੈ ਬਚਨ ਸੁਹੇਲਾ। ਫਿਰ ਤੁਹਾਡਾ ਅਗੰਤ ਸੰਵਰ ਜਾਏਗਾ। ਇਹਾਂ ਖਾਟ ਚਲੋ ਹਰ ਲਾਹਾ, ਖੱਟ ਲਓ ਲਾਹਾ ਸੰਸਾਰ ਤੇ ਆ ਕੇ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁੱਕਦੀ ਚੱਲੀ ਰਹਿਣ। ਤੇਰੀ ਉਮਰਾ ਰੂਪੀ ਰਾਤ ਮੁੱਕਦੀ ਜਾ ਰਹੀ। ਤੇਰੀ ਉਮਰ ਦਿਨੋਂ ਦਿਨ ਘਟ ਰਹੀ ਹੈ। ਔਧ ਘਟੈ ਦਿਨ ਸਰੈ ਨਾਰੇ, ਮਨ ਗੁਰਮਿਲ ਕਾਜ ਸਵਾਰੇ। ਤੂੰ ਤੇ ਸੋਚਦਾ ਮੇਰੀ ਉਮਰ ਵੱਧਦੀ ਜਾ ਰਹੀ ਹੈ, ਪਰ ਸੱਚਾਈ ਬਿਲਕੁਲ ਇਸ ਦੇ ਉਲਟ ਹੈ। ਜਨਨੀ ਜਾਣਤ ਸੁਤ ਵੱਡਾ ਹੋਤ ਹੈ। ਇਤਨਾ ਕੋ ਨਾ ਜਾਣੈ ਜੋ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਦਕ ਲਾਡ ਧਰ, ਪੇਖਤ ਹੀ ਜਮਰਾਓ ਹਸੈ। ਮਾਤਾ ਸੋਚਦੀ ਹੈ ਪੁੱਤਰ ਵੱਡਾ ਹੁੰਦਾ ਜਾ ਰਿਹਾ ਹੈ, ਪਰ ਭਗਤ ਕਬੀਰ ਜੀ ਕਹਿ ਰਹੇ ਨੇ ਭੋਲੀ ਇਹ ਨਹੀਂ ਜਾਣਦੀ ਇਹਦੀ ਤੇ ਇੱਕ ਇੱਕ ਦਿਨ ਕਰਕੇ ਉਮਰ ਘਟਦੀ ਜਾ ਰਹੀ ਹੈ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਛੀਜੈ। ਕਾਲ ਹੇਰੀ ਫਿਰੈ ਬਦਕ ਜਿਉ, ਕਹੋ ਕੌਣ ਬਿਦ ਕੀਜੈ। ਤਾਂ ਤੇ ਜੋ ਸਤਿਗੁਰੂ ਜੀ ਦੀ ਸਾਨੂੰ ਨਸੀਹਤ ਹੈ ਇਸ ਮਾਨੁਕ ਤਨ ਨੂੰ ਸਫਲਾ ਕਰਨ ਵਾਸਤੇ, ਉਹ ਇਹੋ ਹੀ ਹੈ ਕਿ ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਵਿੱਚ ਪਰਿਵਰਤ ਹੋ, ਔਰ ਜੋ ਕੁਝ ਤੈਨੂੰ ਉੱਥੋਂ ਪ੍ਰਾਪਤ ਹੁੰਦਾ ਹੈ, ਕੀ ਮਿਲਦਾ ਸਾਧ ਸੰਗਤ ਵਿੱਚੋਂ? ਜਿਸ ਵਖਰ ਕੋ ਲੈਣ ਤੂੰ ਆਇਆ, ਆਰਾਮ ਨਾਮ ਸੰਤਨ ਕਰ ਪਾਇਆ। ਸਾਧ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ ਦੁਨੀਆ ਦੀ ਸਭ ਤੋਂ ਦੁਰਲੱਭ ਦੌਲਤ। ਦੁਰਲਭੰ ਏਕ ਭਗਵਾਨ ਨਾਮੈ, ਨਾਨਕ ਲਭਦਿਅੰ ਸਾਧ ਸੰਗ ਕਿਰਪਾ ਪ੍ਰਭੰ। ਸਾਧ ਸੰਗਤ ਵਿੱਚ ਪਰਿਵਰਤ ਹੋ, ਪਰਮਾਤਮਾ ਦਾ ਨਾਮ ਜਪ। ਬਸ ਮਾਨੁਕ ਤਨ ਦੀ ਸਫਲਤਾ ਦਾ ਕਲਯੁਗ ਦੇ ਸਮੇਂ ਦੇ ਵਿੱਚ ਇਹੋ ਹੀ ਇੱਕ ਉਪਾਅ ਹੈ। ਹਾਂ, ਜੋ ਆਪਾਂ ਵਿਚਾਰ ਸ਼ੁਰੂ ਕੀਤੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਪੈਰੋਕਾਰਾਂ ਨੂੰ, ਗੁਰਸਿੱਖਾਂ ਨੂੰ ਇਹੋ ਹੀ ਤੀਰਥ ਦੱਸਿਆ। ਸਾਧ ਸੰਗਤ ਸਨਾਤਨ ਖਿਆਲਾਂ ਵਾਲੇ ਮਾਘ ਮਹੀਨੇ ਵਿੱਚ ਤੀਰਥਾਂ ਦਾ ਇਸ਼ਨਾਨ ਕਰਦੇ ਹਨ, ਪਰ ਸਤਿਗੁਰੂ ਜੀ ਕਹਿ ਰਹੇ ਨੇ ਗੁਰਸਿੱਖੋ, ਤੁਸੀਂ ਮਾਘ ਦੇ ਮਹੀਨੇ ਵਿੱਚ ਉਸ ਤੀਰਥ ਦਾ ਇਸ਼ਨਾਨ ਕਰੋ ਜਿਸ ਤੀਰਥ ਦਾ ਇਸ਼ਨਾਨ ਕਰਨ ਵਾਸਤੇ ਤੀਰਥਾਂ ਦੇ ਅਭਿਮਾਨੀ ਦੇਵਤਾ ਵੀ ਲੋਚਦੇ ਨੇ। ਉਹ ਤੀਰਥ ਕਿਹੜਾ ਹੈ ਜਿੱਥੇ ਆਪਾਂ ਬੈਠੇ ਹਾਂ? ਮਾਘ ਮੱਜਨ ਸੰਗ ਸਾਧੂਆਂ, ਇਥੋੜੀ ਕਰ ਇਸ਼ਨਾਨ ਮਿਲ ਕੇ ਸਾਧੂਆਂ, ਥੋੜੀ ਕਰ ਇਸ਼ਨਾਨ ਮਿਲ ਕੇ ਸਾਧੂਆਂ। ਥੋੜੀ ਕਰ ਇਸ਼ਨਾਨ ਮਿਲ ਕੇ ਸਾਧੂਆਂ, ਥੋੜੀ ਕਰ ਇਸ਼ਨਾਨ ਮਿਲ ਕੇ ਸਾਧੂਆਂ। ਹਾਂ ਤੂੜੀ ਕਰ ਇਸ਼ਨਾਨ ਮਿਲ ਕੇ ਸਾਧੂਆਂ, ਤੂੜੀ ਕਰ ਇਸ਼ਨਾਨ ਮਿਲ ਕੇ ਸਾਧੂਆਂ।
ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਗੁਰਸਿੱਖੋ, ਤੁਸੀਂ ਸਾਧ ਸੰਗਤ ਦੀ ਚਰਨ ਨੂੰ ਧੂੜ ਵਿੱਚ ਇਸ਼ਨਾਨ ਕਰੋ। ਇਹਦੇ ਨਾਲੋਂ ਵੱਡਾ ਹੋਰ ਕੋਈ ਤੀਰਥ ਨਹੀਂ। ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚੈ ਧੂਰ ਸਾਧੂ ਕੀ ਤਾਈ। ਜਿਤਨੇ ਵੀ ਤੀਰਥ ਨੇ ਨਾ ਸੰਸਾਰ ਤੇ। ਹਾਂ, ਕੱਲ੍ਹ ਆਪਾਂ ਵਿਚਾਰ ਸ਼ੁਰੂ ਕੀਤੀ ਸੀ ਕਿ ਜਿਹੜੇ ਲੋਕ ਸ਼ਰਧਾ ਨਾਲ ਜਾਂਦੇ ਨੇ ਤੀਰਥਾਂ 'ਤੇ, ਕਿਤੇ ਦਿਖਾਵੇ ਵਾਸਤੇ ਜਾਂਦੇ ਨੇ, ਇੱਕ ਸ਼ਰਧਾ ਨਾਲ ਜਾਂਦੇ ਨੇ, ਉੱਥੇ ਜਾ ਕੇ ਪਾਪ ਛੱਡ ਦਿੰਦੇ ਹਨ। ਕੋਈ ਸੰਕਲਪ ਕਰ ਦਿੰਦੇ ਹਨ, ਅੱਜ ਤੋਂ ਬਾਅਦ ਝੂਠ ਨਹੀਂ ਬੋਲਣਾ, ਨਿੰਦਿਆ ਨਹੀਂ ਕਰਨੀ, ਰਿਸ਼ਵਤ ਨਹੀਂ ਲੈਣੀ, ਕਿਸੇ ਨੂੰ ਧੋਖਾ ਨਹੀਂ ਦੇਣਾ, ਸ਼ਰਾਬ ਨਹੀਂ ਪੀਣੀ, ਜੀਭ ਦੇ ਸਵਾਦ ਵਾਸਤੇ ਮਾਸ ਨਹੀਂ ਖਾਣਾ, ਜੀਵਾਂ ਦਾ ਘਾਤ ਨਹੀਂ ਕਰਨਾ। ਇਸ ਤਰ੍ਹਾਂ ਦਾ ਬਹੁਤ ਸਾਰੇ ਤੀਰਥਾਂ ਦੇ ਸ਼ਰਧਾਲੂ ਉੱਥੇ ਜਾ ਕੇ ਸੰਕਲਪ ਕਰ ਦਿੰਦੇ ਹਨ। ਫਿਰ ਤੀਰਥਾਂ 'ਤੇ ਪਾਪ ਜਮ੍ਹਾਂ ਹੋ ਜਾਂਦੇ ਹਨ। ਜਦੋਂ ਤੀਰਥਾਂ ਤੋਂ ਪਾਪਾਂ ਦਾ ਭਾਰ ਨਹੀਂ ਸਹਾਰਿਆ ਜਾਂਦਾ, ਫਿਰ ਉਹ ਪੁਕਾਰ ਕਰਦੇ ਨੇ ਪ੍ਰਮਾਤਮਾ ਅੱਗੇ, हे ਪ੍ਰਭੂ, हे ਪਤਿਤ ਪਾਵਨ, हे ਦੀਨਾ ਬੰਧੂ, हे ਭਗਤ ਵਛਲ, ਕਿਸੇ ਬਹਾਨੇ ਆਪਣੇ ਦਰੋਂ ਕੋਲੋਂ ਵਰਸਾਏ ਸਤਿਪੁਰਸ਼ਾਂ ਨੂੰ, ਗੁਰੂ ਪੀਰਾਂ ਨੂੰ ਇੱਥੇ ਭੇਜੋ। ਉਹ ਆ ਕੇ ਸਾਨੂੰ ਆਪਣੀ ਚਰਨ ਛੋਹ ਬਖਸ਼ਣ, ਸਾਡੇ ਪਾਪਾਂ ਦਾ ਭਾਰ ਹਲਕਾ ਹੋਵੇ। ਹਾਂ, ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਜਿਹੜੇ ਜਦੋਂ ਅਜੇ ਗੁਰੂ ਸ਼ਰਨ ਵਿੱਚ ਨਹੀਂ ਸਨ ਆਏ, ਉਦੋਂ ਤੀਰਥਾਂ ਨੂੰ ਪਵਿੱਤਰ ਜਾਣ ਕੇ ਤੀਰਥਾਂ ਦਾ ਇਸ਼ਨਾਨ ਕਰਦੇ ਰਹੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ 12 ਸਾਲ ਆਪ ਨੇ ਲਗਾਤਾਰ ਪੈਦਲ ਚੱਲ ਕੇ ਗੰਗਾ ਦੀ ਯਾਤਰਾ ਕੀਤੀ, ਗੰਗਾ ਦਾ ਇਸ਼ਨਾਨ ਕੀਤਾ। ਸਨਾਤਨ ਮਤ ਵਿੱਚ ਪ੍ਰਵਿਰਤ ਹੋਣ ਕਰਕੇ ਖੋੜਸ ਮੰਤਰ ਦੀ ਰੋਜ਼ ਇੱਕ ਪੱਕੀ ਮਾਲਾ ਫੇਰਦੇ ਹਨ। ਸਾਲ ਦੇ ਸਾਲ ਆਪਣੇ ਨਗਰ ਬਾਸਰਕੇ ਤੋਂ ਪੈਦਲ ਚੱਲ ਕੇ ਜਾਂਦੇ ਹਨ, ਬੜਾ ਲੰਮਾ ਪੈਂਡਾ ਤੈਅ ਕਰਕੇ, ਸਰੀਰ 'ਤੇ ਖੇਚਲ ਔਰ ਕਸ਼ਟ ਝੱਲ ਕੇ ਹਰਿਦੁਆਰ ਪਹੁੰਚਦੇ ਨੇ ਗੰਗਾ ਦੇ ਇਸ਼ਨਾਨ ਵਾਸਤੇ। ਨਿੰਦਨੀਆਂ ਕਰਮਾਂ ਤੋਂ ਕਰੋੜਾਂ ਕੋਹ ਦੂਰ ਰਹਿੰਦੇ ਹਨ, ਕਿਰਤ ਕਰਦੇ ਨੇ ਆਪਣੀ ਨੇਕ ਨੀਅਤੀ ਦੀ, ਉਹਦੇ ਵਿੱਚੋਂ ਜਥਾ ਸ਼ਕਤ ਦਾਨ ਵੀ ਕਰਦੇ ਹਨ। ਇਉਂ ਤੀਰਥਾਂ ਨੂੰ ਪਵਿੱਤਰ ਜਾਣ ਕੇ ਆਪ ਇਤਨਾ ਲੰਮਾ ਅਰਸਾ ਤੀਰਥਾਂ ਦੀ ਯਾਤਰਾ ਤੀਰਥਾਂ ਦੇ ਇਸ਼ਨਾਨ ਕਰਦੇ ਰਹੇ। ਪਰ ਜਦੋਂ ਆਪ ਨੂੰ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਮਿਲਾਪ ਹੋ ਗਿਆ, ਸੱਚਾ ਤੀਰਥ ਪ੍ਰਾਪਤ ਹੋ ਗਿਆ, ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਉਹਨੇ ਸੇਵਾ ਦਾ ਇਸ਼ਨਾਨ ਸ਼ੁਰੂ ਕਰ ਦਿੱਤਾ, ਗੁਰੂ ਦੀ ਸੇਵਾ। ਗੁਰੂ ਤੋਂ ਵੱਡਾ ਹੋਰ ਤੀਰਥ ਕਿਹੜਾ ਹੋ ਸਕਦਾ ਹੈ? ਗੁਰ ਤੀਰਥ, ਗੁਰ ਪਾਰ ਜਾਤ, ਗੁਰ ਮਨਸਾ ਪੂਰਨਹਾਰ। ਗੁਰੂ ਤੇ ਜਿਸ ਜਗ੍ਹਾ ਨੂੰ ਆਪਣੀ ਚਰਨ ਛੋਹ ਬਖਸ਼ ਦਿੰਦਾ ਹੈ, ਉਸ ਸਥਾਨ ਨੂੰ ਤੀਰਥ ਬਣਾ ਦਿੰਦਾ ਹੈ। ਸਾ ਧਰਤ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰੀ ਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਸਾਡੇ 10 ਗੁਰੂ ਸਾਹਿਬਾਨ, ਉਹ ਜਦੋਂ ਸਰੀਰ ਦੇ ਵਿੱਚ ਸਨ, ਉਹਨਾਂ ਨੇ ਜਿਸ ਜਗ੍ਹਾ ਨੂੰ ਵੀ ਆਪਣੀ ਚਰਨ ਛੋਹ ਬਖਸ਼ੀ, ਅੱਜ ਸਿੱਖ ਜਗਤ ਵਾਸਤੇ ਉਹ ਸਾਰੇ ਹੀ ਸਥਾਨ ਮਨੋ ਤੀਰਥ ਬਣ ਚੁੱਕੇ ਹਨ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁਖ ਲਾਵਾ।
ਭਾਵੇਂ ਹਰ ਪਿੰਡ ਦੇ ਵਿੱਚ ਕਈ ਗੁਰਦੁਆਰੇ ਨੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ। ਨਮਸਕਾਰ ਤਾਂ ਆਪਾਂ ਸਾਰੀਆਂ ਥਾਵਾਂ 'ਤੇ ਸਾਰਿਆਂ ਗੁਰਦੁਆਰਿਆਂ ਵਿੱਚ ਜਾ ਕੇ ਕਰਦੇ ਹਾਂ। ਜਿੱਥੇ ਕਿਤੇ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਵੇ, ਇਹ ਵੀ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਹਨ। ਇਹਨਾਂ ਨੂੰ ਵੀ ਆਪਾਂ 10 ਪਾਤਸ਼ਾਹੀਆਂ ਦੇ ਸਰਗੁਣ ਸਰੂਪ ਹੀ ਮੰਨਦੇ ਹਾਂ, ਪਰ ਫਿਰ ਵੀ ਇਹ ਗੱਲ ਤੇ ਆਪ ਸਾਰੇ ਭਲੀ ਪ੍ਰਕਾਰ ਜਾਣਦੇ ਹੀ ਹੋ ਕਿ ਸਾਡੇ 10 ਗੁਰੂ ਸਾਹਿਬਾਨ ਦੇ ਵਿੱਚੋਂ ਭਾਵੇਂ ਕਿਸੇ ਵੀ ਗੁਰੂ ਸਾਹਿਬ ਨੇ ਜਿਸ ਵੀ ਥਾਂ ਨੂੰ ਆਪਣੀ ਚਰਨ ਛੋਹ ਬਖਸ਼ੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੀ ਉੱਥੇ ਪ੍ਰਕਾਸ਼ ਹੈ। ਪਰ ਉਸ ਥਾਂ ਦੀ ਵਿਸ਼ੇਸ਼ਤਾ ਜ਼ਿਆਦਾ ਹੈ। ਗੁਰਸਿੱਖ ਉਸ ਦੀ ਤਲਾਸ਼ ਕਰਦੇ ਨੇ, ਉਸ ਨੂੰ ਲੱਭ ਕੇ ਫਿਰ ਉੱਥੇ ਸਤਿਗੁਰੂ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਾਉਂਦੇ ਹਨ। ਜਿੱਥੇ ਜਾਇਬ ਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਆਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾ। ਗੁਰੂ ਆਪ ਤੀਰਥ ਹੈ। ਜਿਸ ਜਗ੍ਹਾ ਨੂੰ ਆਪਣੀ ਚਰਨ ਛੋਹ ਬਖਸ਼ ਦਿੰਦਾ, ਉਹ ਥਾਂ ਤੀਰਥ ਬਣ ਜਾਂਦੀ ਹੈ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਉਹ ਸਮਰੱਥ ਗੁਰੂ ਦੀ ਸੇਵਾ ਇਹ ਸੱਚੇ ਤੀਰਥ ਦਾ ਇਸ਼ਨਾਨ ਹੈ। ਗੁਰੂ ਅਮਰਦਾਸ ਜੀ ਮਹਾਰਾਜ ਨੂੰ ਜਦੋਂ ਗੁਰੂ ਸ਼ਰਨ ਪ੍ਰਾਪਤ ਹੋ ਗਈ, ਆਪ ਨੇ ਸੱਚੇ ਤੀਰਥ ਦਾ ਇਸ਼ਨਾਨ ਭਾਵ ਗੁਰੂ ਦੀ ਸੇਵਾ ਸ਼ੁਰੂ ਕਰ ਦਿੱਤੀ। ਫਿਰ 12 ਸਾਲ ਸ੍ਰੀ ਖਡੂਰ ਸਾਹਿਬ ਰਹਿ ਕੇ ਆਪ ਬੜੀ ਅਣਥੱਕ ਸੇਵਾ ਕਰਦੇ ਰਹੇ। ਸੇਵਾ ਦੁਆਰਾ ਆਪ ਨੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਪ੍ਰਸੰਨਤਾ ਪ੍ਰਾਪਤ ਕਰ ਲਈ, ਉਹਨਾਂ ਦੇ ਪਾਸੋਂ ਬੇਅੰਤ ਵਰਦਾਨ ਹਾਸਿਲ ਕਰ ਲਏ। ਔਰ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪ ਨਾਨਕ ਗੁਰ ਤੇ ਗੁਰ ਹੁਆ ਵੇਖੋ ਤਿਸ ਕੀ ਰਜਾਏ, ਤੀਸਰੇ ਗੁਰੂ ਨਾਨਕ ਹੋ ਨਿਬੜੇ। ਉਹ ਪਹਿਲਾਂ ਤੇ ਆਪ ਚੱਲ ਕੇ ਜਾਂਦੇ ਸਨ ਤੀਰਥਾਂ 'ਤੇ, ਤੀਰਥਾਂ ਨੂੰ ਪਵਿੱਤਰ ਜਾਣ ਕੇ ਹੁਣ ਤੀਰਥ ਆਪ ਦੀ ਚਰਨ ਧੂੜ ਲੋਚਦੇ ਹਨ। ਸਮਾਂ ਗੁਜ਼ਰਦਾ ਚਲਿਆ ਗਿਆ, ਆਪ ਸੰਗਤਾਂ ਨੂੰ ਗੁਰਮਤਿ ਦ੍ਰਿੜ ਕਰਵਾਉਂਦੇ ਰਹੇ, ਜਿਹੜੀਆਂ ਸਮਾਜ ਦੇ ਵਿੱਚ ਉਸ ਵੇਲੇ ਬਹੁਤ ਸਾਰੀਆਂ ਕੁਰੀਤੀਆਂ ਪ੍ਰਚਲਿਤ ਸਨ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਹ ਕੁਰੀਤੀਆਂ ਦੂਰ ਕੀਤੀਆਂ। ਸਤੀ ਪ੍ਰਥਾ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੰਦ ਕੀਤੀ। ਵਿਧਵਾ ਵਿਆਹ ਦੀ ਰਿਵਾਇਤ ਗੁਰੂ ਘਰ ਦੇ ਵਿੱਚ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਤੋਂ ਪ੍ਰਚਲਿਤ ਹੋਈ। ਜੋ ਹਿੰਦੁਸਤਾਨ ਦੇ ਸਮਾਜ ਦੇ ਵਿੱਚ ਪਰਦੇ ਦੀ ਪਰੰਪਰਾ ਸੀ, ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਹੁਕਮ ਸੀ ਕਿ ਸਾਡੇ ਦਰਬਾਰ ਦੇ ਵਿੱਚ ਕੋਈ ਔਰਤ ਪਰਦਾ ਕਰਕੇ ਨਹੀਂ ਆ ਸਕਦੀ। ਇਹ ਵੀ ਇੱਕ ਕਿਸਮ ਦੀ ਕੁਰੀਤੀ ਹੀ ਸੀ। ਇਸ ਨੂੰ ਵੀ ਸਤਿਗੁਰੂ ਜੀ ਨੇ ਵਰਜ ਦਿੱਤਾ। ਔਰ ਜਿਹੜੀ ਗੁਰਮਤਿ ਹੈ ਨਾ, ਇਹ ਨਿਖਰ ਕੇ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਜ਼ਿਆਦਾ ਸਾਹਮਣੇ ਆਈ। ਆਨੰਦ ਸੰਸਕਾਰ ਦੀ ਰਵਾਇਤ ਇਹ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਪ੍ਰਚਲਿਤ ਹੋਈ। ਜਿਹੜੀ ਅੰਤਮ ਸੰਸਕਾਰ ਦੀ ਰਿਵਾਇਤ ਇਹ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪ ਨਿਰਧਾਰਿਤ ਕੀਤੀ। ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ, ਹੋਰ ਸੰਬੰਧੀਆਂ ਨੂੰ, ਆਪਣੇ ਸਿੱਖ ਸੇਵਕਾਂ ਨੂੰ ਬੁਲਾ ਕੇ ਕੀ ਹੁਕਮ ਕੀਤਾ? ਅੰਤੈ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕਿ ਸਾਡੇ ਅਕਾਲ ਚਲਾਣੇ ਤੋਂ ਬਾਅਦ ਕੋਈ ਹੋਰ ਕਰਮ ਕਾਂਡ ਨਹੀਂ ਕਰਨਾ, ਸਿਰਫ ਗੁਰਬਾਣੀ ਦਾ ਕੀਰਤਨ ਹੋਣਾ ਚਾਹੀਦਾ ਹੈ। ਔਰ ਗੁਰਬਾਣੀ ਦੀ ਕਥਾ, ਹਰੀ ਕਥਾ ਹੋਣੀ ਚਾਹੀਦੀ ਹੈ।
ਗੁਰਬਾਣੀ ਦਾ ਜਿੱਥੇ ਕੀਰਤਨ ਹੋਵੇਗਾ, ਜਿੱਥੇ ਹਰੀ ਕਥਾ ਹੋਵੇਗੀ, ਫਿਰ ਉੱਥੇ ਕਿਸੇ ਹੋਰ ਗਰੜ ਪੁਰਾਣ ਦੀ ਕਥਾ ਦੀ ਜ਼ਰੂਰਤ ਹੀ ਨਹੀਂ ਰਹੇਗੀ। ਕੇਸੋ ਗੋਪਾਲ ਪੰਡਤ ਸੱਦੇ ਹੋ, ਹਰ ਹਰ ਕਥਾ ਪੜ੍ਹੈ, ਉਹ ਹਰੀ ਕਥਾ ਕਰਨ। ਜਿਹੜੇ ਉਸ ਵੇਲੇ ਦੇ ਗੁਰੂ ਘਰ ਦੇ ਵਿਦਵਾਨ ਸਨ, ਗੁਰਬਾਣੀ ਦੀ ਵਿਆਖਿਆ ਕਰਨ ਵਾਲੇ, ਵੀ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਪਾਸੋਂ ਗੁਰਬਾਣੀ ਦੀ ਕਥਾ ਕਰਵਾਇਓ। ਬਸ ਇਹੋ ਹੀ ਪੁਰਾਣ ਦੀ ਕਥਾ ਹੈ। ਹਾਂ, ਕੀਰਤਨ ਦੀ ਜਿਹੜੀ ਰਵਾਇਤ ਹੈ, ਅਕਾਲ ਚਲਾਣੇ 'ਤੇ ਜਦੋਂ ਕੋਈ ਪ੍ਰਾਣੀ ਮ੍ਰਿਤੂ ਹੋ ਜਾਂਦਾ, ਆਪਾਂ ਦੇਖਦੇ ਹਾਂ ਗੁਰੂ ਘਰ ਵਿੱਚ ਗੁਰਬਾਣੀ ਦਾ ਕੀਰਤਨ ਹੁੰਦਾ ਹੈ, ਫਿਰ ਅੰਤਮ ਅਰਦਾਸ ਵਿੱਚ ਜੁੜਦੀਆਂ ਨੇ ਸੰਗਤਾਂ, ਸਾਰ ਸੰਗਤ। ਇਹ ਰਵਾਇਤ ਇਹ ਵੀ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਤੋਂ ਹੀ ਪ੍ਰਚਲਿਤ ਹੋਈ। ਆਪ ਨੇ ਦੂਰ ਦੂਰ ਇਲਾਕਿਆਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ 22 ਗੁਰਸਿੱਖਾਂ ਨੂੰ ਮੰਜੀਆਂ ਬ੍ਰਹਮ ਗਿਆਨ ਦੀ ਦਾਤ ਬਖਸ਼ੀ। ਉਹਨਾਂ ਨੂੰ ਉੱਚੀ ਮਸਨਦ, ਉੱਚੀ ਮੰਜੀ ਉੱਪਰ ਬੈਠ ਕੇ ਗੁਰਮਤਿ ਦ੍ਰਿੜ ਕਰਾਉਣ ਵਾਸਤੇ ਇੱਕ ਤਰ੍ਹਾਂ ਦੇ ਨਾਲ ਆਥੋਰਾਈਜ਼ ਕਰ ਦਿੱਤਾ। ਇਹ ਗੁਰੂ ਘਰ ਦੀਆਂ ਮੰਜੀਆਂ, ਜਾਂ ਜਿਹੜੀ ਮਸੰਦ ਪ੍ਰਥਾ ਪ੍ਰਚਲਿਤ ਹੋਈ, ਜਿਹੜਾ ਮਸੰਦ ਦਾ ਲਫ਼ਜ਼ੀ ਅਰਥ ਵੀ ਇਹੋ ਹੀ ਹੈ ਵੀ ਉੱਚੀ ਮਸਨਦ ਉੱਪਰ ਬੈਠ ਕੇ ਜਿਹੜਾ ਸੰਗਤਾਂ ਨੂੰ ਗੁਰਮਤਿ ਦਾ ਵਿਖਿਆਨ ਜਾਂ ਉਪਦੇਸ਼ ਕਰ ਸਕਦਾ ਹੋਵੇ, ਜਿਸ ਨੂੰ ਸਤਿਗੁਰੂ ਜੀ ਨੇ ਅਥਾਰਟੀ ਦਿੱਤੀ ਹੋਵੇ। ਉਹ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਆਪਣੇ ਵੇਲੇ ਦੇ ਬ੍ਰਹਮ ਗਿਆਨੀ ਸਿੱਖ ਸਨ। ਭਾਵੇਂ ਬਾਅਦ ਵਿੱਚ ਉਹਨਾਂ ਦੇ ਜੀਵਨ ਵਿੱਚ ਗਿਰਾਵਟਾਂ ਆਉਣੀਆਂ ਸ਼ੁਰੂ ਹੋ ਗਈਆਂ, ਉਹਨਾਂ ਦੇ ਆਚਾਰ ਵਿਹਾਰ ਬਦਲਦੇ ਗਏ। ਅਖੀਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਸਮੇਂ ਤੱਕ ਉਹਨਾਂ ਦੇ ਜੀਵਨ ਵਿੱਚ ਇੰਨਾ ਨਿਘਾਰ ਆ ਗਿਆ, ਸਤਿਗੁਰੂ ਜੀ ਨੂੰ ਵਰਜਣਾ ਪਿਆ ਆਪਣੇ ਗੁਰਸਿੱਖਾਂ ਨੂੰ ਵੀ ਕਿਸੇ ਨੇ ਮਸੰਦਾਂ ਦੇ ਮੱਥੇ ਤੱਕ ਨਹੀਂ ਲੱਗਣਾ, ਆਪਣੀ ਭੇਟਾ ਨਹੀਂ ਅਰਪਣੀ। ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਸਿੱਖੀ ਤੋਂ ਖਾਰਜ ਕਰ ਦਿੱਤਾ। ਪਰ ਜਦੋਂ ਸ਼ੁਰੂਆਤ ਹੋਈ ਸੀ, ਉਦੋਂ ਤੇ ਇਹ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬ੍ਰਹਮ ਗਿਆਨੀ ਸਿੱਖ ਸਨ। ਇਹ ਰਵਾਇਤ, ਇਹ ਪਰੰਪਰਾ ਵੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਤੋਂ ਪ੍ਰਚਲਿਤ ਹੋਈ। ਉਹਨਾਂ ਨੇ ਮੰਜੀਆਂ ਬਖਸ਼ੀਆਂ। ਗੁਰੂ ਰਾਮਦਾਸ ਜੀ ਮਹਾਰਾਜ ਦੇ ਸਮੇਂ ਤੋਂ ਮਸੰਦ ਪ੍ਰਥਾ ਚੱਲੀ। ਬਲਕਿ ਇਹ ਗੁਰੂ ਅਮਰਦਾਸ ਜੀ ਮਹਾਰਾਜ ਨੇ ਤਾਂ ਬੀਬੀਆਂ ਵਿੱਚ ਵੀ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਉਹਨਾਂ ਨੂੰ ਪੀੜ੍ਹੇ ਬਖਸ਼ੇ। 72 ਬੀਬੀਆਂ ਨੂੰ ਇਹ ਮਾਣ ਪ੍ਰਾਪਤ ਸੀ। ਉਹ ਪੀੜ੍ਹਿਆਂ ਉੱਪਰ ਬੈਠ ਕੇ ਬੀਬੀਆਂ ਵਿੱਚ ਗੁਰਮਤਿ ਦ੍ਰਿੜ ਕਰਵਾ ਸਕਦੀਆਂ ਸਨ। ਆਪ ਨੇ ਬੇਅੰਤ ਪ੍ਰਾਣੀਆਂ ਨੂੰ ਪ੍ਰੇਰ ਕੇ ਗੁਰੂ ਨਾਨਕ ਦੇ ਦਰ ਘਰ ਦੇ ਨਾਲ ਜੋੜਿਆ। ਉਹਨਾਂ ਦੀ ਸਿਫਤ, ਉਹਨਾਂ ਦੀ ਵਡਿਆਈ ਭੱਟਾਂ ਨੇ ਕਥਨ ਕੀਤਾ ਵੀ ਬਿਆਨ ਕੀਤੀ ਹੀ ਨਹੀਂ ਜਾ ਸਕਦੀ। ਉਹਨਾਂ ਦੀ ਸਿਫਤਾਂ ਗਣੀਆਂ ਹੀ ਨਹੀਂ ਜਾ ਸਕਦੀਆਂ। ਜਿਸ ਤਰ੍ਹਾਂ ਆਸਮਾਨ 'ਤੇ ਬੱਦਲ ਚੜ੍ਹ ਕੇ ਆਉਂਦਾ, ਬਾਰਿਸ਼ ਸ਼ੁਰੂ ਹੋ ਜਾਂਦੀ ਹੈ, ਜਿਤਨੀਆਂ ਬੂੰਦਾਂ ਆਸਮਾਨ ਤੋਂ ਜ਼ਮੀਨ 'ਤੇ ਡਿੱਗਦੀਆਂ ਨੇ, ਉਹ ਨਹੀਂ ਗਣੀਆਂ ਜਾ ਸਕਦੀਆਂ। ਹੁਣ ਅੱਗੇ ਬਸੰਤ ਦੀ ਰੁੱਤ ਆਉਣ ਵਾਲੀ ਹੈ। ਉਸ ਮੌਸਮੇ ਬਹਾਰ ਦੇ ਵਿੱਚ ਵਨਸਪਤੀ 'ਤੇ ਜਿਤਨੇ ਫੁੱਲ ਖਿੜਦੇ ਨੇ, ਉਹ ਫੁੱਲ ਨਹੀਂ ਗਿਣੇ ਜਾ ਸਕਦੇ। ਦੁਨੀਆ ਦਾ ਅੰਧਕਾਰ ਦੂਰ ਕਰਨ ਵਾਸਤੇ ਚੰਦਰਮਾ ਅਤੇ ਸੂਰਜ ਦੀਆਂ ਰੇਸ਼ਮਾਂ ਕਿਰਨਾਂ ਛੱਡਦੇ ਨੇ, ਉਹ ਨਹੀਂ ਗਿਣੀਆਂ ਜਾ ਸਕਦੀਆਂ। ਹਵਾ ਦੇ ਵੇਗ ਨਾਲ ਪਾਣੀ ਦੇ ਪ੍ਰਭਾਵ 'ਚ ਜਿੰਨੀਆਂ ਲਹਿਰਾਂ ਉੱਠਦੀਆਂ ਨੇ, ਉਹ ਲਹਿਰਾਂ ਦੀ ਗਿਣਤੀ ਨਹੀਂ ਹੋ ਸਕਦੀ। ਸਮੁੰਦਰ ਦਾ ਥਾਂ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਕਹਿੰਦੇ ਗੱਲ ਸ਼ਿਵ ਜੀ ਦੀ ਬਾਬਤ ਇਹ ਪ੍ਰਸਿੱਧ ਹੈ ਵੀ ਜੇ ਕਿਤੇ ਉਸਨੇ ਇੱਕ ਵਾਰ ਆਪਣੇ ਨੇਤਰ ਬੰਦ ਕਰਕੇ ਸਮਾਧੀ ਲਾ ਲਈ, ਫਿਰ ਪਤਾ ਨਹੀਂ ਕਿਹੜੇ ਵੇਲੇ ਸਮਾਧੀ ਤੋਂ ਉਥਾਨ ਹੋਵੇ। ਇਤਿਹਾਦਿਕ ਬਹੁਤ ਸਾਰੀਆਂ ਉਦਾਹਰਣਾਂ, ਬਹੁਤ ਸਾਰੇ ਦ੍ਰਿਸ਼ਟਾਂਤ ਦੇ ਕੇ ਘਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨਾ ਆਵੇ, ਰਬ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਗੁਰੂ ਦੇ ਪਾਸ ਕਿੰਨਾ ਗਿਆਨ ਹੈ। ਉਹਦੇ ਪਾਸ ਕਿੰਨੀਆਂ ਕੁ ਬਖਸ਼ਿਸ਼ਾਂ ਨੇ ਜਗਿਆਸੂਆਂ ਨੂੰ, ਗੁਰਸਿੱਖਾਂ ਨੂੰ ਦੇਣ ਵਾਸਤੇ, ਕੋਈ ਗਿਣਤੀ ਨਹੀਂ।
ਗੁਰੂ ਦੀ ਕਿਤਨੀ ਕੁ ਵੱਡੀ ਸਿਫਤ ਹੈ, ਕਿੰਨੀਆਂ ਕੁ ਉਸ ਦੀਆਂ ਵਡਿਆਈਆਂ ਨੇ, ਕੋਈ ਹਿਸਾਬ ਕਿਤਾਬ ਨਹੀਂ ਲਾ ਸਕਦਾ, ਗਿਣਤੀ ਨਹੀਂ ਕਰ ਸਕਦਾ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਹਨਾਂ ਜੋ ਗਾਵੈ। ਅਖੀਰ ਵਿੱਚ ਜਾ ਕੇ ਭੱਟਾ ਨੇ ਕਥਨ ਕੀਤਾ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਖਾਨਦਾਨ ਦੇ। ਧੰਨ ਗੁਰੂ ਅਮਰਦਾਸ ਜੀ। ਆਪ ਨੂੰ ਕਿਸੇ ਹੋਰ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ, ਤੁਹਾਡੀ ਕਿਸੇ ਹੋਰ ਨਾਲ ਤੁਲਨਾ ਨਹੀਂ ਹੋ ਸਕਦੀ। ਤੁਹਾਡੀ ਉਪਮਾ ਸਿਰਫ ਤੁਹਾਨੂੰ ਹੀ ਬਣ ਆਉਂਦੀ ਹੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ ਆਵੈ, ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ ਆਵੈ। ਹਾਏ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ ਆਵੈ, ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ ਆਵੈ। ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਨ ਆਵੈ, ਉਪਮਾ ਤੋਹੇ ਬਨ ਆਵੈ, ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ ਆਵੈ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਦੀ ਉਪਮਾ, ਜਿਨ੍ਹਾਂ ਦੀਆਂ ਸਿਫਤਾਂ ਕਿਸੇ ਗਿਣਤੀ ਵਿੱਚ ਆਉਂਦੀਆਂ ਹੀ ਨਹੀਂ, ਬਿਆਨ ਹੀ ਨਹੀਂ ਕੀਤੀਆਂ ਜਾ ਸਕਦੀਆਂ। ਉਹ ਸਾਧ ਸੰਗਤ ਆਪ ਗੁਰੂ ਪਦ ਪ੍ਰਾਪਤ ਕਰਨ ਤੋਂ ਬਾਅਦ ਵੀ ਉਹਨਾਂ ਦੇ ਇਤਿਹਾਸ ਵਿੱਚ ਜ਼ਿਕਰ ਆਉਂਦਾ, ਇੱਕ ਵਾਰ ਤੀਰਥ ਯਾਤਰਾ ਵਾਸਤੇ ਗਏ। ਉਹਦਾ ਪਹਿਲਾਂ ਤਾਂ ਜਾਂਦੇ ਸਨ ਤੀਰਥਾਂ ਨੂੰ ਪਵਿੱਤਰ ਜਾਣ ਕੇ, ਹੁਣ ਉਹਨਾਂ ਨੂੰ ਕੀ ਜ਼ਰੂਰਤ ਮਹਿਸੂਸ ਹੋਈ, ਹੁਣ ਤੇ ਆਪ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਖੁਦ ਜੰਗਮ ਤੀਰਥ ਨੇ। ਕਿਸੇ ਵੀ ਜਗ੍ਹਾ ਨੂੰ, ਕਿਸੇ ਵੀ ਥਾਂ ਨੂੰ ਤੀਰਥ ਬਣਾ ਸਕਦੇ ਹਨ। ਪਰ ਹੁਣ ਕਿਉਂ ਗਏ ਤੀਰਥਾਂ ਦੇ ਇਸ਼ਨਾਨ ਵਾਸਤੇ ਜਾਂ ਤੀਰਥ ਯਾਤਰਾ ਵਾਸਤੇ? ਹਾਂ, ਸਾਧ ਸੰਗਤ ਉਹਨਾਂ ਦਾ ਤੀਰਥਾਂ 'ਤੇ ਜਾਣ ਦਾ ਮਨੋਰਥ ਦੱਸਿਆ ਹੈ ਸੋਢੀ ਸੁਲਤਾਨ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਨੇ, ਕਿ ਪਹਿਲਾਂ ਜਾਂਦੇ ਸਨ ਤੀਰਥਾਂ ਨੂੰ ਪਵਿੱਤਰ ਜਾਣ ਕੇ, ਹੁਣ ਗਏ ਨੇ ਤੀਰਥਾਂ ਦੀ ਪੁਕਾਰ ਸੁਣ ਕੇ। ਗੰਗਾ ਜਮਨਾ ਗੋਦਾਵਰੀ ਸਰੋਸਤੀ ਤੇ ਕਰਹਿ ਉਦਮ, ਧੂਰ ਸਾਧੂ ਕੀ ਤਾਈ।
ਕਿਤੇ ਵੇਖੇ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਤੀਰਥ ਵੀ ਲੋਤ ਦੇ ਸੰਤਾਂ ਦੀ ਧੂੜੀ ਤਾਈ, ਤੀਰਥ ਵੀ ਲੋਤ ਦੇ ਸੰਤਾਂ ਦੀ ਧੂੜੀ ਤਾਈ। ਹਾਂ ਤੀਰਥ ਵੀ ਲੋਟ ਦੇ ਸੰਤਾਂ ਦੀ ਧੂੜੀ ਤਾਈ, ਤੀਰਥ ਵੀ ਲੋਟ ਦੇ ਸੰਤਾਂ ਦੀ ਧੂੜੀ ਤਾਈ। ਸੰਤਾਂ ਦੀ ਧੂੜੀ ਤਾਈ, ਸੰਤਾਂ ਦੀ ਧੂੜੀ ਤਾਈ, ਸੰਤਾਂ ਦੀ ਧੂੜੀ ਤਾਈ, ਸੰਤਾਂ ਦੀ ਧੂੜੀ ਤਾਈ। ਸੰਤਾਂ ਦੀ ਧੂੜੀ ਤਾਈ, ਸੰਤਾਂ ਦੀ ਧੂੜੀ ਤਾਈ, ਸੰਤਾਂ ਦੀ ਧੂੜੀ ਤਾਈ, ਸੰਤਾਂ ਦੀ ਧੂੜੀ ਤਾਈ। ਤੀਰਥ ਵੀ ਲੋਤ ਦੇ ਸੰਤਾਂ ਦੀ ਧੂੜੀ ਤਾਈ, ਤੀਰਥ ਵੀ ਲੋਤ ਦੇ ਸੰਤਾਂ ਦੀ ਧੂੜੀ ਤਾਈ। ਉਹ ਸਾਰ ਸੰਗਤ ਤੀਰਥਾਂ ਦੀ ਪੁਕਾਰ ਸੁਣ ਕੇ ਜਦੋਂ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਚੱਲੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਤੀਰਥ ਯਾਤਰਾ ਦੇ ਬਹਾਨੇ ਤੀਰਥਾਂ ਨੂੰ ਪਵਿੱਤਰ ਕਰਨ ਲਈ, ਜਿੱਥੇ ਵੀ ਆਪ ਪਹੁੰਚਦੇ ਨੇ ਸੰਗਤਾਂ ਦਰਸ਼ਨਾਂ ਵਾਸਤੇ ਵਹੀਰਾਂ ਘੱਤ ਦਿੰਦੀਆਂ ਨੇ। ਤੀਰਥ ਤੇ ਉੱਥੇ ਪਹਿਲਾਂ ਵੀ ਸਨ, ਤੀਰਥ ਯਾਤਰਾ ਤੇ ਸੰਸਾਰ ਪਹਿਲਾਂ ਵੀ ਕਰਦਾ ਸੀ, ਪਰ ਹੁਣ ਵਿਸ਼ੇਸ਼ ਤੌਰ 'ਤੇ ਸੰਗਤਾਂ ਗੁਰੂ ਕੇ ਦਰਸ਼ਨਾਂ ਵਾਸਤੇ ਆਉਂਦੀਆਂ ਨੇ। ਉੱਥੇ ਸੰਗਤ ਦੀ ਬਹੁਤ ਵੱਡੀ ਇਕੱਤਰਤਾ ਹੋ ਜਾਂਦੀ ਹੈ, ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਨੇ, ਸੰਗਤਾਂ ਲਾਭ ਉਠਾਉਣ ਲੱਗ ਪਈਆਂ ਹਨ। ਜਿੱਥੇ ਜਿੱਥੇ ਵੀ ਸਤਿਗੁਰੂ ਜੀ ਗਏ, ਆਪਾਂ ਇੱਕ ਵਾਕਿਆ ਦਾ ਜ਼ਿਕਰ ਕਰਦੇ ਹਾਂ। ਜਦੋਂ ਅਖੀਰਲੇ ਪੜਾਅ 'ਤੇ ਗੁਰੂ ਅਮਰਦਾਸ ਜੀ ਮਹਾਰਾਜ ਹਰਿਦੁਆਰ ਪਹੁੰਚੇ, ਉੱਥੇ ਆਪ ਨੂੰ ਆਪਣਾ ਪੁਰਾਣਾ ਮਿੱਤਰ ਮਿਲਿਆ। ਇੱਕ ਉਹ ਵੀ ਗੰਗਾ ਦਾ ਸ਼ਰਧਾਲੂ ਹੀ ਸੀ। ਜਦੋਂ ਆਪ ਗੁਰਤਾ ਪਦ ਨੂੰ ਪ੍ਰਾਪਤ ਹੋਣ ਤੋਂ ਪਹਿਲਾਂ ਅਜੇ ਗੁਰਮਤਿ ਦੇ ਦਾਇਰੇ ਅੰਦਰ ਨਹੀਂ ਸਨ ਆਏ,
ਉਦੋਂ ਜਦੋਂ ਆਪਣੇ ਨਗਰ ਬਾਸਰਕੇ ਤੋਂ ਚੱਲ ਕੇ ਹਰਿਦੁਆਰ ਵੱਲ ਨੂੰ ਕੂਚ ਕਰ ਦਿੰਦੇ, ਰਸਤੇ ਦੇ ਵਿੱਚ ਇਸ ਪੰਡਿਤ ਦਾ ਨਗਰ ਸੀ, ਅੰਬਾਲੇ ਦੇ ਨਜ਼ਦੀਕ ਇੱਕ ਮੇੜਾ ਨਗਰ ਹੈ, ਉੱਥੇ ਇਸਨੇ ਇੱਕ ਖੇਤਰ ਲਾ ਰੱਖਿਆ ਸੀ। ਇਸ ਦਾ ਆਪਣਾ ਬਾਗ ਸੀ, ਉੱਥੇ ਰਾਹ ਜਾਣ ਵਾਲੇ ਮੁਸਾਫਰ ਰੁਕਦੇ, ਇਹ ਅਭਿਆਗਤਾਂ ਅਤਿਥੀਆਂ ਦੀ ਸੇਵਾ ਕਰਦਾ। ਬਾਬਾ ਅਮਰਦਾਸ ਜੀ ਵੀ ਇਹਦੇ ਖੇਤਰ 'ਤੇ ਰੁਕਿਆ ਕਰਦੇ। ਜਦੋਂ ਅਖੀਰਲੀ ਵਾਰ ਗਏ, ਇਸ ਪੰਡਿਤ ਨੇ ਸਮੁੰਦਰਿਕ ਵਿੱਦਿਆ ਪੜ੍ਹੀ ਸੀ, ਹੱਥਾਂ ਪੈਰਾਂ ਦੀਆਂ ਰੇਖਾਵਾਂ ਦੇ ਕੇ ਸ਼ੁਭ ਅਸ਼ੁਭ ਦੇ ਜਿਹੜੇ ਵਿਚਾਰ ਦੱਸ ਦਿੰਦੇ ਨੇ, ਜਾਂ ਜਿਨ੍ਹਾਂ ਨੂੰ ਇਹੋ ਜਿਹਾ ਗਿਆਨ ਹੈ, ਜਿਨ੍ਹਾਂ ਦੇ ਪਾਸ ਇਹੋ ਜਿਹੀਆਂ ਕੈਲਕੂਲੇਸ਼ਨਸ ਨੇ, ਕਿਉਂਕਿ ਜੋਤਿਸ਼ ਵੀ ਇੱਕ ਕੈਲਕੂਲੇਸ਼ਨ ਹੈ। ਜਿਹੜੇ ਜੋਤਿਸ਼ ਵਿੱਦਿਆ ਪੜ੍ਹੇ ਹੋਏ ਨੇ, ਇਹਦਾ ਸ਼ੁਮਾਰ ਉਹਨਾਂ ਵਿੱਚ ਸੀ। ਇਸਨੇ ਅੱਜ ਅਚਾਨਕ ਹੀ ਬਾਬਾ ਅਮਰਦਾਸ ਜੀ ਦੇ ਚਰਨਾਂ ਵਿੱਚ ਪਦਮ ਦੇਖਿਆ। ਦੁਪਹਿਰ ਦਾ ਵਕਤ ਹੈ, ਆਪ ਪ੍ਰਸ਼ਾਦ ਛਕ ਕੇ ਆਰਾਮ ਵਸ ਨੇ, ਸਰੀਰ ਦੇ ਉੱਪਰ ਚਾਦਰਾ ਤਾਣਿਆ ਹੋਇਆ ਹੈ। ਇਸ ਦਾ ਨਾਮ ਇਤਿਹਾਸ ਵਿੱਚ ਆਉਂਦਾ ਦੁਰਗਾ ਦਾਸ। ਇਹ ਆਪ ਦੇ ਚਰਨਾਂ ਵਾਲੇ ਪਾਸੇ ਬੈਠਾ ਹੈ। ਅਚਾਨਕ ਹਵਾ ਦਾ ਬੁੱਲਾ ਆਉਂਦਾ ਹੈ, ਉਹ ਚਾਦਰਾ ਬਾਬਾ ਅਮਰਦਾਸ ਜੀ ਦੇ ਚਰਨਾਂ ਤੋਂ ਲੈ ਜਾਂਦਾ ਹੈ। ਜਦੋਂ ਇਸ ਨੇ ਚਰਨਾਂ ਦੇ ਵਿੱਚ ਪਦਮ ਦੇਖਿਆ ਤੇ ਆਸ਼ ਕਰ ਉੱਠਿਆ ਵੀ ਹੈ ਕਿ ਪਦਮ ਰੇਖਾ ਹੈ ਤੇ ਜਾਂ ਈਸ਼ਵਰ ਕੋਟੀ ਅਵਤਾਰਾਂ ਦੇ ਚਰਨਾਂ ਵਿੱਚ ਹੁੰਦੀ ਹੈ, ਜਾਂ ਫਿਰ ਚੱਕਰਵਰਤੀ ਬਾਦਸ਼ਾਹਾਂ ਦੇ ਪੈਰਾਂ ਵਿੱਚ ਹੁੰਦੀ ਹੈ। ਇਹਨਾਂ ਦੇ ਸੀਸ ਉੱਪਰ ਤੇ ਛਤਰ ਝੁਲਣਾ ਚਾਹੀਦਾ, ਪਰ ਇਹਨਾਂ ਦੀ ਅਵਸਥਾ ਬਿਰਧ ਹੋ ਗਈ ਹੈ, ਅਜੇ ਤੱਕ ਰੇਖਾ ਨੇ ਰੰਗ ਨਹੀਂ ਦਿਖਾਇਆ। ਉਹ ਸਾਰ ਸੰਗ ਤੇ ਬੜਾ ਅਚਰਜ, ਬੜਾ ਹੈਰਾਨ ਹੈ। ਪਰ ਜਦੋਂ ਬਾਬਾ ਅਮਰਦਾਸ ਜੀ ਸਾਵਧਾਨ ਹੋਏ, ਉੱਥੋਂ ਚਾਲੇ ਪਾਉਣ ਲੱਗੇ, ਅੱਗੇ ਵੀ ਜਾਣ ਵੇਲੇ ਇਸ ਦੁਰਗਾ ਦਾਸ ਬ੍ਰਾਹਮਣ ਨੂੰ ਕੁਝ ਮਾਇਆ ਦੇ ਜਾਂਦੇ। ਇਸ ਵਾਰ ਵੀ ਖੀਸੇ ਵਿੱਚੋਂ ਮਾਇਆ ਕੱਢੀ ਇਸ ਦੁਰਗਾ ਦਾਸ ਨੂੰ ਦੇਣ ਵਾਸਤੇ, ਪਰ ਇਹਨੇ ਇਨਕਾਰ ਕਰ ਦਿੱਤਾ। ਬਾਬਾ ਅਮਰਦਾਸ ਜੀ ਕਹਿਣ ਲੱਗੇ, ਪੰਡਿਤ ਜੀ ਕਿਉਂ? ਅੱਗੇ ਤੇ ਕਦੀ ਆਪ ਨੇ ਇਨਕਾਰ ਨਹੀਂ ਕੀਤਾ। ਕਹਿਣ ਲੱਗਾ, ਮਹਾਰਾਜ ਆਪ ਦੇ ਚਰਨਾਂ ਵਿੱਚ ਪਦਮ ਹੈ, ਔਰ ਮੇਰੀ ਵਿੱਦਿਆ ਇਹ ਕਹਿੰਦੀ ਹੈ ਕਿ ਤੁਹਾਡੇ ਸੀਸ ਉੱਪਰ ਛਤਰ ਝੁੱਲੇਗਾ। ਮੈਨੂੰ ਵੀ ਆਪਣੀ ਵਿੱਦਿਆ 'ਤੇ ਮਾਣ ਹੈ। ਜਦੋਂ ਇਹ ਰੇਖਾ ਰੰਗ ਦਿਖਾਏਗੀ, ਆਪ ਦੇ ਸੀਸ ਉੱਪਰ ਛਤਰ ਝੁੱਲੇਗਾ, ਮੈਂ ਉਦੋਂ ਆਪ ਦੇ ਪਾਸੋਂ ਮੰਗ ਕੇ ਲੈ ਲਵਾਂਗਾ। ਵਚਨ ਦਿਓ, ਫਿਰ ਉਦੋਂ ਇਨਕਾਰ ਨਹੀਂ ਕਰੋਗੇ। ਹੁਣ ਸਾਧ ਸੰਗਤ, ਇਹ ਤੇ ਵਾਰਤਾ ਹੈ ਇਹਦੇ ਗੁਰੂ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਦੀ। ਹੁਣ ਆਪ ਗੁਰਤਾ ਪਦ ਨੂੰ ਪ੍ਰਾਪਤ ਨੇ, ਤੀਰਥ ਯਾਤਰਾ ਦੇ ਬਹਾਨੇ ਤੀਰਥਾਂ ਨੂੰ ਪਵਿੱਤਰ ਕਰਦੇ ਕਰਦੇ ਹਰਿਦੁਆਰ ਪਹੁੰਚ ਗਏ ਨੇ। ਉੱਥੇ ਸੰਗਤਾਂ ਨੂੰ ਪਤਾ ਲੱਗਿਆ ਜਿੱਥੇ ਆਪ ਦਾ ਡੇਰਾ ਹੈ, ਸੰਗਤਾਂ ਦੀ ਬਹੁਤ ਵੱਡੀ ਭੀੜ ਜੁੜੀ ਰਹਿੰਦੀ ਹੈ। ਕਥਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ, ਬੇਅੰਤ ਸੰਗਤਾਂ ਲਾਭ ਉਠਾ ਰਹੀਆਂ। ਇਤਫਾਕ ਦੇ ਨਾਲ ਇਹ ਦੁਰਗਾ ਦਾਸ ਬ੍ਰਾਹਮਣ ਵੀ ਉੱਥੇ ਪਹੁੰਚ ਗਿਆ। ਮੁੱਦਤਾਂ ਬਾਅਦ 25-30 ਸਾਲ ਬਾਅਦ ਆਪਾਂ ਨੂੰ ਕੋਈ ਬੰਦਾ ਮਿਲਿਆ ਹੋਵੇ ਜਿਸ ਦੇ ਨਾਲ ਆਪਣੀ ਪੁਰਾਣੀ ਜਾਣ ਪਹਿਚਾਣ ਹੋਵੇ, ਮਿਲ ਕੇ ਖੁਸ਼ੀ ਤੇ ਹੁੰਦੀ ਹੀ ਹੈ। ਜੇ ਆਪਸ ਵਿੱਚ ਸੰਬੰਧ ਚੰਗੇ ਹੋਣ। ਇਹ ਦੁਰਗਾ ਦਾਸ ਆਪ ਦਾ ਬੜਾ ਸਤਿਕਾਰ ਕਰਿਆ ਕਰਦਾ, ਔਰ ਬਾਬਾ ਅਮਰਦਾਸ ਜੀ ਵੀ ਇਹ ਜਾਣ ਕੇ ਕਿ ਆਏ ਗਏ ਅਭਿਆਗਤਾਂ ਅਤਿਥੀਆਂ ਦੀ ਸੇਵਾ ਕਰਦਾ ਹੈ, ਉਹ ਇਸ ਦਾ ਸਤਿਕਾਰ ਕਰਿਆ ਕਰਦੇ। ਉਹ ਸੁਭਾਅ ਉਹਦਾ ਬੜਾ ਖੁੱਲ੍ਹਾ ਡੁੱਲਾ ਸੀ,
ਔਰ ਖੁੱਲ੍ਹੇ ਡੁੱਲੇ ਪਹਿਲਾਂ ਵੀ ਬਚਨ ਬਿਲਾਸ ਕਰ ਲੈਂਦਾ। ਹੁਣ ਜਦੋਂ ਇਸਨੇ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕੀਤੇ, ਦੂਰੋਂ ਹੀ ਇਹਨੇ ਪਹਿਚਾਣ ਲਿਆ ਵੀ ਇਹ ਤਾਂ ਉਹੋ ਹੀ ਬਜ਼ੁਰਗ ਨੇ ਜਿਹੜੇ ਮੇਰੇ ਬਾਗ ਵਿੱਚ ਮੇਰੇ ਖੇਤਰ 'ਤੇ ਆਇਆ ਕਰਦੇ ਸਨ, ਜਿਨ੍ਹਾਂ ਦੇ ਚਰਨਾਂ ਵਿੱਚ ਮੈਂ ਪਦਮ ਦੇਖਿਆ ਸੀ। ਹੁਣ ਉਹ ਪਦਮ ਨੇ ਆਪਣਾ ਰੰਗ ਦਿਖਾ ਦਿੱਤਾ। ਇਹਨਾਂ ਦੇ ਸੀਸ 'ਤੇ ਛਤਰ ਝੁੱਲ ਰਿਹਾ ਹੈ। ਕਿਵੇਂ ਬੇਅੰਤ ਸੰਗਤਾਂ ਉਹਨਾਂ ਦੇ ਸੱਚਖੰਡ ਦਰਬਾਰ ਦੀ ਹਾਜ਼ਰੀ ਭਰ ਰਹੀਆਂ ਹਨ। ਉਹ ਸਾਰ ਸੰਗਤ ਦੇ ਪਿੱਛੇ ਖੜ੍ਹਾ ਹੋ ਗਿਆ। ਜਦੋਂ ਸਾਰੀ ਸੰਗਤ ਨੇ ਨਮਸਕਾਰ ਕਰ ਲਈ, ਫਿਰ ਅੱਗੇ ਗਿਆ, ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਪਹਿਚਾਣ ਲਿਆ? ਗੁਰੂ ਅਮਰਦਾਸ ਜੀ ਮਹਾਰਾਜ ਕਹਿਣਗੇ, ਹਾਂ ਪੰਡਤ ਜੀ ਪਛਾਣ ਲਿਆ। ਤੁਸੀਂ ਸਾਰ ਸੁਧ ਭੰਬੀ ਜਾਤ ਦੇ ਬ੍ਰਾਹਮਣ ਹੋ, ਦੁਰਗਾਦਾਸ ਤੁਹਾਡਾ ਨਾਮ ਹੈ, ਮੇੜਾ ਤੁਹਾਡਾ ਨਗਰ ਹੈ। ਤੁਸੀਂ ਆਪਣੇ ਨਗਰ ਦੇ ਵਿੱਚ ਇੱਕ ਖੇਤਰ ਲਾ ਕੇ ਰੱਖਦੇ ਹੋ, ਇੱਕ ਬਾਗ ਲਾਇਆ ਹੈ। ਆਏ ਗਏ ਅਭਿਆਗਤਾਂ ਤਿੱਤੀਆਂ ਦੀ, ਗੰਗਾ ਦੇ ਸ਼ਰਧਾਲੂਆਂ ਦੀ ਬੜੀ ਸੇਵਾ ਕਰਦੇ ਹੋ। ਇਹ ਬੜਾ ਖੁਸ਼ ਹੋਇਆ। ਮਹਾਰਾਜ ਆਪ ਨੇ ਮੇਰੀ ਬਿਲਕੁਲ ਠੀਕ ਪਹਿਚਾਣ ਕੀਤੀ। ਮਹਾਰਾਜ ਆਪ ਨੇ ਇੱਕ ਵਚਨ ਦਿੱਤਾ ਸੀ, ਉਹ ਵਚਨ ਵੀ ਯਾਦ ਹੋਵੇਗਾ। ਉਹ ਸਾਰ ਸੰਗਤ ਗੁਰੂ ਅਮਰਦਾਸ ਜੀ ਮਹਾਰਾਜ ਕਹਿਣਗੇ, ਹਾਂ ਪੰਡਤ ਜੀ ਉਹ ਵਚਨ ਵੀ ਯਾਦ ਹੈ, ਕਿਉਂਕਿ ਇਹਦਾ ਸੁਭਾਅ ਵੀ ਖੁੱਲ੍ਹਾ ਡੁੱਲਾ ਸੀ। ਗੁਰੂ ਅਮਰਦਾਸ ਜੀ ਮਹਾਰਾਜ ਹੁਣ ਇਹਦੇ ਨਾਲ ਬਿਲਾਸ ਦੇ ਬਚਨ ਕਰਦੇ ਨੇ। ਉਹ ਸਾਰ ਸੰਗਤ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਵੀ ਬਚਨ ਬਿਲਾਸ, ਕਈ ਵਾਰ ਕੋਈ ਗੱਲ ਬਹੁਤ ਗੰਭੀਰ ਹੁੰਦੀ ਹੈ, ਆਪਾਂ ਉਸ ਨੂੰ ਵੀ ਬਚਨ ਬਿਲਾਸ ਦਾ ਨਾਮ ਦੇ ਦਿੰਦੇ ਹਾਂ। ਬਚਨ ਬਿਲਾਸ ਦਾ ਜਿਹੜਾ ਲਫ਼ਜ਼ੀ ਅਰਥ ਹੈ, ਬਿਲਾਸ ਦੇ, ਖੁਸ਼ੀ ਦੇ, ਖੁੱਲ੍ਹੇ ਡੁੱਲੇ ਬਚਨ, ਕਈ ਵਾਰ ਭਗਤਾਂ ਦੇ ਵੀ ਹੁੰਦੇ ਨੇ, ਆਪਣੇ ਮਾਲਕ, ਆਪਣੇ ਇਸ਼ਟ, ਆਪਣੇ ਪ੍ਰਭੂ ਦੇ ਨਾਲ। ਭਗਤ ਰਵਿਦਾਸ ਜੀ ਦੇ ਆਪਣੇ ਪ੍ਰਭੂ ਦੇ ਨਾਲ ਇਸੇ ਤਰ੍ਹਾਂ ਬਿਲਾਸ ਦੇ ਬਚਨ ਹੋ ਰਹੇ ਨੇ। ਹੇ ਪ੍ਰਭੂ, ਜਿਹੜਾ ਮੇਰਾ ਵਾਸਤਵ ਸਰੂਪ ਹੈ, ਮੇਰਾ ਨਿਜਾਤਮਾ, ਉਹ ਤੇਰੀ ਹੀ ਤੇ ਅੰਸ਼ ਹੈ, ਔਰ ਤੇਰੀ ਅੰਸ਼ ਹੋਣ ਦੇ ਨਾਤੇ ਫਿਰ ਤੇਰੇ ਜੈਸਾ ਹੀ ਹੈ। ਜੇ ਤੇਰੇ ਜੈਸਾ ਹੈ, ਫਿਰ ਤੇਰੇ ਵਿੱਚ ਔਰ ਮੇਰੇ ਵਿੱਚ, ਜਾਂ ਮੇਰੇ ਵਿੱਚ ਔਰ ਤੇਰੇ ਵਿੱਚ ਫਰਕ ਕੀ ਹੋਇਆ? ਇੱਕ ਸੋਨੇ ਤੋਂ ਬਣੇ ਗਹਿਣੇ ਨੇ, ਇੱਕ ਕੋਈ ਸੋਨੇ ਦੀ ਡਲੀ ਹੈ। ਭਾਵੇਂ ਸੋਨੇ ਦਾ ਪਹਾੜ ਵੀ ਕਿਉਂ ਨਾ ਹੋਵੇ, ਜਿਹੜੇ ਸੋਨੇ ਦੇ ਗਹਿਣੇ ਨੇ, ਸੋਨਾ ਹੋਣ ਦੇ ਨਾਤੇ ਖਰਸਲਤ ਉਹਦੀ ਵੀ ਸੋਨੇ ਵਾਲੀ ਹੀ ਹੈ। ਜਿਸ ਤਰ੍ਹਾਂ ਸੋਨਾ ਔਰ ਸੋਨੇ ਤੋਂ ਬਣੇ ਗਹਿਣੇ, ਇਹਨਾਂ ਵਿੱਚ ਕੋਈ ਅੰਤਰ ਨਹੀਂ ਹੁੰਦਾ। ਇਸੇ ਤਰ੍ਹਾਂ ਤੇਰੇ ਵਿੱਚ ਔਰ ਮੇਰੇ ਦੇ ਵਿੱਚ ਜਿਹੜਾ ਤੇਰਾ ਵਾਸਤਵ ਸਰੂਪ, ਉਹ ਵੀ ਸਤਚਿਤ ਆਨੰਦ ਹੈ, ਔਰ ਤੇਰੀ ਅੰਸ਼ ਹੋਣ ਦੇ ਨਾਤੇ ਜਿਹੜਾ ਮੇਰਾ ਨਿਜ ਸਰੂਪ ਹੈ, ਉਹ ਵੀ ਫਿਰ ਸਤਚਿਤ ਆਨੰਦ ਹੋਇਆ। ਫਿਰ ਫਰਕ ਕੀ ਹੈ? ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਕਾਨਕ ਕਟਕ ਜਲ ਤਰੰਗ ਜੈਸਾ। ਅੰਤਰ ਕੈਸਾ ਜੀ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ ਜੀ ਤੋਹੀ ਮੋਹੀ, ਮੋਹੀ ਤੋਹੀ। ਹਾਏ ਅੰਤਰ ਕੈਸਾ, ਹਾਏ ਅੰਤਰ ਕੈਸਾ ਦੀ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ ਦੀ ਤੋਹੀ ਮੋਹੀ, ਮੋਹੀ ਤੋਹੀ।
ਅੰਤਰ ਕੈਸਾ 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 ਨੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਨੀ ਤੋਹੀ ਮੋਹੀ ਮੋਹੀ ਤੋਹੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਾਨਕ ਕਟਕ ਜਲ ਤਰੰਗ ਜੈਸਾ। ਮਹਾਰਾਜ ਤੇਰੇ ਵਿਚਾਰੋਂ ਮੇਰੇ ਵਿੱਚ ਫਰਕ ਤੇ ਕੋਈ ਨਹੀਂ ਹੋਇਆ। ਜਿਹੜਾ ਵਾਸਤਵ ਸਰੂਪ ਤੇਰਾ ਉਹੋ ਹੀ ਮੇਰਾ। ਕਹਿੰਦੇ ਭਗਵਾਨ ਕਹਿਣ ਲੱਗੇ ਰਵਿਦਾਸ ਤੂੰ ਮੇਰੇ ਜੈਸਾ ਕਿਵੇਂ ਹੋ ਸਕਦਾ ਹੈ? ਜਿਹੜਾ ਮਿਰਦ ਹੈ ਮੇਰਾ ਬਿਰਦ ਹੈ ਉਹ ਤੇ ਹੈ ਪਤਿਤ ਪਾਵਨ, ਔਰ ਤੂੰ ਹੈ ਪਾਪੀ। ਤੂੰ ਮੇਰੇ ਜੈਸਾ ਕਿੱਥੋਂ ਹੋ ਗਿਆ? ਹੁਣ ਸਾਰ ਸੰਗ ਦੇ ਬਿਲਾਸ ਦੇ ਬਚਨ ਨੇ ਜੋ ਪੈ ਹਮ ਨਹਿ ਪਾਪ ਕਰੰਤਾ ਇਹ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ। हे ਪ੍ਰਭੂ ਭਲਾ ਜੇ ਮੈਂ ਪਾਪ ਹੀ ਨਾ ਕਰਦਾ ਫਿਰ ਤੈਨੂੰ ਪਤਿਤ ਪਾਵਨ ਕਿਹਨੇ ਕਹਿਣਾ ਸੀ? ਤੂੰ ਕਿਹਦੇ ਪਾਪ ਬਖਸ਼ਦਾ ਜੇ ਮੈਂ ਪਾਪ ਹੀ ਨਾ ਕਰਦਾ? ਜੇ ਜੀਵ ਪਾਪੀ ਹੈ ਤਾਂ ਹੀ ਤੇਰਾ ਨਾਮ ਪਤਿਤ ਪਾਵਨ ਪਿਆ ਹੈ। ਉਹ ਸਾਰ ਸੰਗ ਇਸ ਦਾ ਭਾਵ ਅਰਥ ਇਹ ਨਹੀਂ ਦਿਆ ਜਾ ਸਕਦਾ ਕਿ ਭਗਤ ਰਵਿਦਾਸ ਜੀ ਪਾਪ ਕਰਨ ਨੂੰ ਜਸਟੀਫਾਈ ਕਰ ਰਹੇ ਨੇ। ਹਾਂ, ਜਿਸ ਤਰ੍ਹਾਂ ਅਰਜ਼ ਕੀਤੀ ਹੈ ਤੇ ਬਿਲਾਸ ਦੇ ਬਚਨ ਹੋ ਰਹੇ ਨੇ। ਹਾਂ, ਬਿਲਾਸ ਦੇ ਖੁੱਲ੍ਹੇ ਡੁੱਲੇ ਬਚਨ। ਹੁਣ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਹੁਣ ਉਹਦੇ ਨਾਲ ਬਿਲਾਸ ਦੇ ਬਚਨ ਕਰ ਰਹੇ ਨੇ। ਇਸ ਦੁਰਗਾਦਾਸ ਬ੍ਰਾਹਮਣ ਦਾ ਸੁਭਾਅ ਵੀ ਬੜਾ ਖੁੱਲ੍ਹਾ ਡੁੱਲਾ ਹੈ। ਮਹਾਰਾਜ ਜੇ ਮੈਨੂੰ ਪਛਾਣਿਆ ਹੈ ਫਿਰ ਇੱਕ ਬਚਨ ਵੀ ਯਾਦ ਹੋਵੇਗਾ। ਗੁਰੂ ਅਮਰਦਾਸ ਜੀ ਮਹਾਰਾਜ ਕਹਿਣਗੇ ਪੰਡਿਤ ਜੀ ਬਚਨ ਵੀ ਯਾਦ ਹੈ ਪਰ ਤੁਸੀਂ ਉਹ ਬੜੇ ਚਤੁਰ, ਵੀ ਇੱਕ ਚੀਜ਼ ਮੰਗ ਲਿਓ, ਭਾਵੇਂ ਦੁਨੀਆ ਦੇ ਸੁੱਖ ਮੰਗ ਲਿਓ, ਭਾਵੇਂ ਪਰਲੋਕ ਦੇ ਸੁੱਖ ਮੰਗ ਲਿਓ, ਭਾਵੇਂ ਮਾਇਆ ਮੰਗ ਲਿਓ, ਭਾਵੇਂ ਪ੍ਰਮਾਤਮਾ ਦਾ ਨਾਮ ਮੰਗ ਲਿਓ। ਇਹ ਦੋਨੋਂ ਨਹੀਂ, ਇੱਕ ਚੀਜ਼ ਮਿਲੇਗੀ। ਜਦੋਂ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਵਚਨ ਕੀਤਾ ਇਹ ਬੜੀ ਗੰਭੀਰ ਮੁਦਰਾ ਵਿੱਚ ਲਿਆ ਗਿਆ। ਚੁੱਪ ਕਰ ਗਿਆ, ਕਾਫੀ ਦੇਰ ਬੋਲਿਆ ਹੀ ਨਾ। ਗੁਰੂ ਅਮਰਦਾਸ ਜੀ ਮਹਾਰਾਜ ਕਹਿਣਗੇ ਪੰਡਿਤ ਜੀ ਕੁਝ ਮੰਗ ਲਓ, ਅਸੀਂ ਤੇ ਦੇਣ ਵਾਸਤੇ ਤਿਆਰ ਹਾਂ। ਇਹ ਕਹਿਣ ਲੱਗਾ ਮਹਾਰਾਜ ਮੰਗਾਂ ਕੀ, ਤੁਸੀਂ ਤੇ ਮੈਨੂੰ ਦੁਬਿਧਾ ਵਿੱਚ ਪਾ ਦਿੱਤਾ। ਮੇਰੀ ਤੇ ਹਾਲਤ ਅਸਮੰਜਸ ਵਾਲੀ ਹੋ ਗਈ ਹੈ। ਗੁਰੂ ਅਮਰਦਾਸ ਜੀ ਮਹਾਰਾਜ ਕਹਿਣਗੇ ਪੰਡਿਤ ਜੀ ਕਿਹੜੀ ਦੁਬਿਧਾ? ਤੁਸੀਂ ਕਿਉਂ ਇੰਨੇ ਗੰਭੀਰ ਹੋ ਗਏ ਹੋ? ਕਹਿਣ ਲੱਗਾ ਮਹਾਰਾਜ ਆਪ ਨੇ ਜੋ ਉਹ ਵਚਨ ਕਹਿ ਦਿੱਤਾ ਨਾ ਵੀ ਦੋਨਾਂ ਵਿੱਚੋਂ ਇੱਕ ਚੀਜ਼ ਮਿਲੇਗੀ। ਹੁਣ ਮੈਂ ਸੋਚੀ ਪੈ ਗਿਆ ਵੀ ਤੁਹਾਡੇ ਪਾਸੋਂ ਮੰਗਾਂ ਕੀ। ਜੇ ਆਪ ਦੇ ਪਾਸੋਂ ਨਾਮ ਦੀ ਦਾਤ ਮੰਗ ਲਈ ਫਿਰ ਦੁਨੀਆ ਦੇ ਪਦਾਰਥ ਨਹੀਂ ਮਿਲਣੇ। ਜੇ ਦੁਨੀਆ ਦੇ ਪਦਾਰਥ ਨਾ ਮਿਲੇ ਤੁਹਾਡਾ ਸੇਵਕ ਦੁਨੀਆ 'ਤੇ ਸ਼ੋਭਾ ਨਹੀਂ ਪਾਏਗਾ। ਔਰ ਜੇ ਦੁਨੀਆ ਦੇ ਪਦਾਰਥ ਮੰਗ ਲਏ
ਫਿਰ ਆਪਨੇ ਨਾਮ ਦੀ ਬਖਸ਼ਿਸ਼ ਨਹੀਂ ਕਰਨੀ, ਔਰ ਨਾਮ ਤੋਂ ਵਾਂਝਾ ਆਪਦਾ ਸੇਵਕ ਫਿਰ ਜਾ ਕੇ ਦੋਜ਼ਖਾਂ ਦੀ ਅੱਗ ਵਿੱਚ ਸੜੇਗਾ ਹੈ। ਇਹ ਗੱਲ ਸ਼ੋਭਾ ਨਹੀਂ ਦੇ ਰਹੀ। ਨਾਮ ਦੇ ਧਨ ਦੇ ਨਾ ਜਨ ਕਉ, ਧਨ ਵਿਹੂਨ ਜਨ ਜਗ ਨਾ ਸੁਹਾਏ। ਆਪ ਨਾਮ ਦੀ ਦਾਰ ਤੇ ਬਖਸ਼ ਦੇਵੋ, ਪਰ ਦੁਨੀਆ ਦੀ ਮਾਇਆ, ਦੁਨੀਆ ਦੇ ਪਦਾਰਥ, ਇਹਨਾਂ ਦੀ ਬਖਸ਼ਿਸ਼ ਨਾ ਕਰੋ। ਨਾਮ ਦੇ ਧਨ ਦੇ ਨਾ ਜਨ ਕਉ, ਧਨ ਵਿਹੂਨ ਜਨ ਜਗ ਨਾ ਸੁਹਾਏ। ਜੇ ਤੁਹਾਡੇ ਸੇਵਕ ਦੇ ਪਾਸ ਧਨ ਨਹੀਂ ਹੋਵੇਗਾ, ਦੁਨੀਆ ਦੇ ਪਦਾਰਥ, ਦੁਨੀਆ ਦੀ ਮਾਇਆ, ਦੁਨੀਆ ਦਾ ਐਸ਼ਵਰਜ, ਦੁਨੀਆ ਦੀ ਵਿਭੂਤੀ ਨਹੀਂ ਹੋਵੇਗੀ, ਤਾਂ ਉਹ ਸੰਸਾਰ 'ਤੇ ਸ਼ੋਭਾ ਨਹੀਂ ਪਾਏਗਾ। ਜੇ ਧਨ ਦੇ ਨਾਮ ਨਹੀਂ ਦੇਵੇ, ਨਾਮ ਬਿਨਾ ਜਨ ਜੰਮਪੁਰ ਜਾਏ। ਧਨ ਦੀ ਬਖਸ਼ਿਸ਼ ਤੇ ਆਪ ਕਰ ਦੇਵੋ, ਪਰ ਨਾਮ ਦੀ ਬਖਸ਼ਿਸ਼ ਨਾ ਕਰੋ। ਔਰ ਨਾਮ ਤੋਂ ਸਿੱਖਣਾ ਜਿਹੜਾ ਆਪ ਦਾ ਸੇਵਕ ਫਿਰ ਜੰਮਾਂ ਦੀ ਪੂਰੀ ਨੂੰ ਜਾਏਗਾ, ਜਾ ਕੇ ਦੋਜ਼ਖਾਂ ਦੀ ਅੱਗ ਵਿੱਚ ਸੜੇਗਾ। ਇਹ ਗੱਲ ਵੀ ਸ਼ੋਭਾ ਨਹੀਂ ਪਾਉਂਦੀ ਵੀ ਤੁਹਾਡਾ ਸੇਵਕ ਹੋਵੇ ਜਾ ਕੇ ਦੋਜ਼ਖਾਂ ਦੀ ਅੱਗ ਵਿੱਚ ਸੜੇ। ਮਹਾਰਾਜ ਇਸ ਕਰਕੇ ਮੈਂ ਤੇ ਦੁਬਿਧਾ ਵਿੱਚ ਪੈ ਗਿਆ, ਮੈਨੂੰ ਤੇ ਕੁਝ ਸੁੱਝ ਨਹੀਂ ਰਿਹਾ। ਹੁਣ ਆਪ ਹੀ ਕਿਰਪਾ ਕਰ ਦਿਓ, ਭਾਵੇਂ ਨਾਮ ਦੀ ਬਖਸ਼ਿਸ਼ ਕਰ ਦਿਓ, ਭਾਵੇਂ ਧਨ ਦੀ ਬਖਸ਼ਿਸ਼ ਕਰ ਦਿਓ। ਉਹ ਸਾਧ ਸੰਗਤ ਚਤੁਰ ਜਾਂ ਅਕਲਮੰਦ ਤੇ ਹੈ ਹੀ ਸੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਭਲੀ ਪ੍ਰਕਾਰ ਇਸ ਨੂੰ ਪਹਿਲਾਂ ਹੀ ਜਾਣਦੇ ਸਨ। ਇਸੇ ਕਰਕੇ ਤੇ ਇਹਨੂੰ ਪਹਿਲਾਂ ਹੀ ਇਹ ਗੱਲ ਕਹੀ ਕਿ ਪੰਡਤ ਜੀ ਇੱਕ ਚੀਜ਼ ਮੰਗ ਲਓ। ਪਰ ਇਹਦੀ ਚਾਤੁਰਤਾ ਉੱਪਰ ਸਤਿਗੁਰੂ ਜੀ ਪ੍ਰਸੰਨ ਹੋ ਕੇ ਫਿਰ ਇਸ ਨੂੰ ਦੋਵੇਂ ਹੀ ਦਾਤਾਂ ਬਖਸ਼ ਦਿੰਦੇ ਹਨ। ਗੁਰੂ ਅਮਰਦਾਸ ਤੇਜੋ ਕੇ ਨੰਦਨ ਦੋਨੋਂ ਨਿਰਮਲ ਪੱਖ ਬਣਾਏ। ਇਸ ਨੂੰ ਲੋਕ ਦੇ ਵੀ ਔਰ ਪਰਲੋਕ ਦੇ ਵੀ ਸੁੱਖ ਬਖਸ਼ ਦਿੱਤੇ। ਇਸ ਨੂੰ ਨਾਮ ਦੀ ਦਾਤ ਵੀ ਬਖਸ਼ ਦਿੱਤੀ, ਔਰ ਨਾਲ ਦੁਨੀਆ ਦੇ ਪਦਾਰਥ, ਦੁਨੀਆ ਦੀਆਂ ਵਡਿਆਈਆਂ, ਦੁਨੀਆ ਦਾ ਐਸ਼ਵਰਜ, ਦੁਨੀਆ ਦੀ ਵਿਭੂਤੀ ਵੀ ਬਖਸ਼ ਦਿੱਤੀ। ਉਹ ਸਾਧ ਸੰਗਤ ਸਿੱਖ ਮੰਗਦਾ ਹੈ ਗੁਰੂ ਦੇ ਪਾਸੋਂ, ਮਾਣ ਮੰਗੋ, ਤਾਣ ਮੰਗੋ, ਧਨ ਲక్ష్ਮੀ ਸੁੱਤ ਦੇ, ਕਿਉਂਕਿ ਕਿਸੇ ਹੋਰ ਦੇ ਦਰ 'ਤੇ ਅੱਗੇ ਜਾ ਕੇ ਤੇ ਝੋਲੀ ਅੱਡ ਨਹੀਂ ਸਕਦਾ, ਦਰ ਦਰ ਦੀਆਂ ਠੋਕਰਾਂ 'ਤੇ ਖਾ ਨਹੀਂ ਸਕਦਾ, ਦਰ ਦਰ 'ਤੇ ਜਾ ਕੇ ਮੱਥੇ ਤਾਂ ਰਗੜ ਨਹੀਂ ਸਕਦਾ। ਸਿੱਖ ਨੇ ਤੇ ਗੁਰੂ ਦੇ ਪਾਸੋਂ ਹੀ ਮੰਗਣਾ ਹੈ ਨਾ। ਹਾਂ, ਸਿੱਖ ਵਾਸਤੇ ਸਭ ਤੋਂ ਵੱਡਾ ਤੀਰਥ ਹੀ ਗੁਰੂ ਹੈ। ਸਿੱਖ ਵਾਸਤੇ ਸਭ ਤੋਂ ਵੱਡਾ ਦਾਤਾ ਹੀ ਗੁਰੂ ਹੈ। ਯਾਰ ਧਿਆਨ ਦਿਓ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤੀਰਥਾਂ 'ਤੇ ਗਏ ਜ਼ਰੂਰ ਗੁਰਤੱਕ ਦੀ ਉੱਪਰ ਸੁਸ਼ੋਭਿਤ ਹੋਣ ਤੋਂ ਬਾਅਦ, ਪਰ ਤੀਰਥ ਯਾਤਰਾ ਕਰਨ ਵਾਸਤੇ ਜਾਂ ਤੀਰਥਾਂ ਨੂੰ ਪਵਿੱਤਰ ਜਾਣ ਕੇ ਨਹੀਂ, ਬਲਕਿ ਤੀਰਥਾਂ ਦੀ ਪੁਕਾਰ ਸੁਣ ਕੇ। ਉਹ ਸਤਿਗੁਰੂ ਜੀ ਤੇ ਭਲਾ ਸਮਰੱਥ ਸਨ, ਉਹਨਾਂ ਦੇ ਤਾਂ ਗੁਰਸਿੱਖਾਂ ਦੇ ਤੇ ਆਪਾਂ ਇਤਿਹਾਸ ਪੜ੍ਹਦੇ ਹਾਂ। ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਦੋਂ ਪਟਨੇ ਸ਼ਹਿਰ ਪਹੁੰਚੇ, ਉੱਥੇ ਸਤਿਗੁਰੂ ਜੀ ਦਾ ਸਮੁਚਾਈ ਪਰਿਵਾਰ, ਦੋਵੇਂ ਮਾਤਾਵਾਂ, ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਮਾਤਾ ਨਾਨਕੀ ਜੀ, ਉਹਨਾਂ ਦੇ ਮਹਿਲ ਮਾਤਾ ਗੁਜਰੀ ਜੀ, ਸਤਿਗੁਰੂ ਜੀ ਦੇ ਹੋਰ ਕਿਰਪਾਲ ਚੰਦ ਜੀ ਜੈਸੇ ਸੰਬੰਧੀ, ਮੁਖੀ ਮਸੰਦ, ਹੋਰ ਬਹੁਤ ਸਾਰੀਆਂ ਸਿੱਖ ਸੰਗਤਾਂ ਨਾਲ ਮਹਾਂਪੁਰਖਾਂ ਦੀ, ਸਾਧੂਆਂ ਦੀ ਮੰਡਲੀ, ਬਹੁਤ ਵੱਡਾ ਜੋੜ ਮੇਲ ਬਣਿਆ। ਜਦੋਂ ਤੋਂ ਆਪ ਪੂਰਬ ਦਿਸ਼ਾ ਵੱਲ ਨੂੰ ਚੱਲੇ ਨੇ, ਜਿਸ ਦਾ ਜ਼ਿਕਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਜੀਵਨ ਕਥਾ ਵਿੱਚ ਕੀਤਾ ਹੈ। ਮੁਰ ਪਿਤ ਪੂਰਬ ਕੀਏ ਭਿਆਨਾ, ਭਾਂਤ ਭਾਂਤ ਕੇ ਤੀਰਥ ਨਹਾਨਾ, ਜਬ ਹੀ ਜਾਤ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਜਦੋਂ ਪ੍ਰਯਾਗ ਤੀਰਥ 'ਤੇ ਪਹੁੰਚੇ, ਉੱਥੇ ਛੇਤਰ ਲਾਇਆ ਗੁਰੂ ਕੇ ਨਿਮਿਤ, ਬੜੇ ਅਟੁੱਟ ਲੰਗਰ ਚਲਾਏ। ਆਏ ਗਏ ਅਭਿਆਗਤਾਂ, ਚਿੱਤੀਆਂ, ਮਹਾਂਪੁਰਖਾਂ, ਸਾਧੂਆਂ ਦੀ, ਸਤਿਗੁਰੂ ਜੀ ਦੇ ਸਮੁੱਚੇ ਹੀ ਪਰਿਵਾਰ ਨੇ ਆਪ ਹੱਥੀਂ ਸੇਵਾ ਕੀਤੀ।
ਔਰ ਉੱਥੇ ਹੀ ਸਤਿਗੁਰੂ ਜੀ ਨੇ ਫਰਮਾਨ ਕੀਤਾ ਕਿ ਮਾਤਾ ਦੇ ਉਦਰ ਵਿੱਚ ਸਾਡਾ ਪ੍ਰਕਾਸ਼ ਹੋਇਆ, ਫਿਰ ਸਮਾਂ ਪਾ ਕੇ ਅਵਤਾਰ ਹੋਇਆ ਸ੍ਰੀ ਪਟਨਾ ਸਾਹਿਬ। ਹਾਂ, ਆਪਣੇ ਪਰਿਵਾਰ ਦੇ ਸਮੇਤ ਜਦੋਂ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਪਟਨੇ ਸ਼ਹਿਰ ਪਹੁੰਚੇ ਤੇ ਨਾਲ ਸਤਿਗੁਰੂ ਜੀ ਦੇ ਸਾਧੂਆਂ ਦੀ ਮੰਡਲੀ ਵੀ ਹੈ, ਹੋਰ ਬਹੁਤ ਸਾਰੇ ਸਿੱਖ ਸੇਵਕ ਵੀ ਨੇ। ਪਟਨਾ ਸ਼ਹਿਰ ਗੰਗਾ ਦੇ ਕਿਨਾਰੇ ਵਸਿਆ। ਉਹਨਾਂ ਸਮਿਆਂ ਵਿੱਚ ਪਾਣੀ ਦੇ ਇੰਨੇ ਸਰੋਤ ਤੇ ਹੈ ਨਹੀਂ ਸਨ। ਨਦੀਆਂ, ਨਾਲੇ, ਦਰਿਆ ਜਾਂ ਬੌਲੀਆਂ, ਖੂਹ ਵਗੈਰਾ ਇਹੋ ਹੀ ਪਾਣੀ ਦੇ ਸਰੋਤ ਹੁੰਦੇ। ਇਹਨਾਂ ਵਿੱਚ ਹੀ ਇਸ਼ਨਾਨ ਕੀਤਾ ਜਾਂਦਾ। ਜਿਤਨੇ ਵੀ ਸਤਿਗੁਰੂ ਜੀ ਦੇ ਨਾਲ ਸਾਧੂ ਨੇ ਔਰ ਜਿਤਨੀਆਂ ਸੰਗਤਾਂ ਨੇ, ਸਾਰਿਆਂ ਵਾਸਤੇ ਪਾਣੀ ਦਾ ਇੱਕ ਹੀ ਸਰੋਤ ਹੈ। ਰੋਜ਼ ਅੰਮ੍ਰਿਤ ਵੇਲੇ ਸਾਰੇ ਗੰਗਾ ਵਿੱਚ ਹੀ ਇਸ਼ਨਾਨ ਕਰਦੇ। ਪਰ ਸਤਿਗੁਰੂ ਜੀ ਦਾ ਇੱਕ ਸਿੱਖ ਹੈ, ਭਾਈ ਜੈਤ ਸੇਠ। ਇਹਨੂੰ ਕਦੀ ਕਿਸੇ ਨੇ ਗੰਗਾ ਵਿੱਚ ਇਸ਼ਨਾਨ ਕਰਦੇ ਨੂੰ ਨਹੀਂ ਦੇਖਿਆ। ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਇੱਕ ਵਾਰ ਸਿੱਖਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਿਤਨੀ ਆਪ ਦੇ ਨਾਲ ਸਾਧੂਆਂ ਦੀ ਮੰਡਲੀ ਹੈ ਔਰ ਜਿਤਨੇ ਵੀ ਸਿੱਖ ਸੇਵਕ ਨੇ, ਸਾਰੇ ਅੰਮ੍ਰਿਤ ਵੇਲੇ ਜਾ ਕੇ ਗੰਗਾ ਵਿੱਚ ਇਸ਼ਨਾਨ ਕਰਦੇ ਹਨ, ਪਰ ਭਾਈ ਜੈਤ ਸੇਠ ਇਸ਼ਨਾਨ ਨਹੀਂ ਕਰਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿਣਗੇ, ਗੁਰਸਿੱਖੋ, ਇਹ ਇਸ਼ਨਾਨ ਤੇ ਸਿੱਖ ਦਾ ਨਿਤ ਦਾ ਕਰਮ ਹੈ। ਗੁਰੂ ਸਤਿਗੁਰੂ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਵੀ ਇਹ ਕਿਵੇਂ ਹੋ ਸਕਦਾ ਵੀ ਇਸ਼ਨਾਨ ਨਾ ਕਰੇ? ਵੀ ਤੁਸੀਂ ਇਉਂ ਕਰੋ, ਜਿੱਥੇ ਭਾਈ ਜੈਤ ਸੇਠ ਦਾ ਠਿਕਾਣਾ, ਉਸਦੀ ਰਿਹਾਇਸ਼ ਹੈ, ਪਹਿਰੇ ਲਾ ਦਿਓ, ਵੀ ਦੇਖ ਲਓ ਇਸ਼ਨਾਨ ਕਰਦਾ ਜਾਂ ਨਹੀਂ। ਫਿਰ ਸਿੱਖਾਂ ਨੇ ਇਸ ਤਰ੍ਹਾਂ ਕੀਤਾ। ਜਿੱਥੇ ਭਾਈ ਜੈਤ ਸੇਠ ਦਾ ਡੇਰਾ ਸੀ, ਪਹਿਰੇ ਲਾ ਦਿੱਤੇ, ਸਾਵਧਾਨ ਹੋ ਗਏ। ਸਾਰੀ ਰਾਤ ਪਹਿਰਾ ਦਿੰਦੇ ਰਹੇ। ਜਦੋਂ ਅੰਮ੍ਰਿਤ ਵੇਲਾ ਹੋਇਆ, ਰਾਤ ਦੇ 3 ਪਹਿਰ ਗੁਜ਼ਰੇ, ਸਿੱਖਾਂ ਨੇ ਦੇਖਿਆ ਦਰਿਆ ਗੰਗਾ ਦੀ ਤਰਫੋਂ ਗਊ ਆਈ। ਇੱਧਰ ਭਾਈ ਜੈਤ ਸੇਠ ਵੀ ਸਾਵਧਾਨ ਹੋ ਚੁੱਕਾ। ਹੁਣ ਤੱਕ ਸੌਚ ਦਾਤ ਨਾਲ ਕਿਰਿਆ ਕਰਕੇ ਇਹਨੇ ਇੱਕ ਕੁੰਡ ਬਣਾ ਰੱਖੀ ਸੀ, ਕੁੰਡ ਦੇ ਪਾਸ ਆ ਗਿਆ। ਉਹ ਗਊ ਉਸ ਕੁੰਡ ਵੱਲ ਨੂੰ ਜਾ ਰਹੀ ਹੈ, ਸਿੱਖ ਦੇਖ ਰਹੇ ਨੇ। ਉਸ ਗਊ ਨੇ ਭਾਈ ਜੈਤ ਸੇਠ ਦੀ ਉਹ ਕੁੰਡ ਭਰ ਦਿੱਤੀ ਪਾਣੀ ਦੇ ਨਾਲ, ਔਰ ਭਾਈ ਸਾਹਿਬ ਨੇ ਉਸ ਪਾਣੀ ਦੇ ਨਾਲ ਇਸ਼ਨਾਨ ਕਰ ਲਿਆ। ਇਸ਼ਨਾਨ ਕਰਕੇ ਭਾਈ ਜੈਤ ਸੇਠ ਰੱਬ ਦੇ ਵਸਲ, ਰੱਬ ਦੀ ਬੰਦਗੀ ਵਿੱਚ ਜੁੜ ਕੇ ਬੈਠ ਗਿਆ। ਸਿੱਖ ਬੜੇ ਅਚਰਜ, ਬੜੇ ਹੈਰਾਨ, ਇਹ ਗਊ ਕੌਣ ਹੋਈ? ਕਿਵੇਂ ਇਸਨੇ ਭਾਈ ਜੈਤ ਸੇਠ ਦੀ ਲਿਆ ਕੇ ਵਕਤ ਸਿਰ ਪਹੁੰਚ ਕੇ ਕੁੰਡ ਭਰ ਦਿੱਤੀ ਪਾਣੀ ਦੇ ਨਾਲ? ਇੱਕ ਸ਼ੰਕਾ ਤੇ ਨਿਮਿਤ ਹੋ ਗਿਆ ਕਿ ਭਾਈ ਜੈਤ ਸੇਠ ਇਸ਼ਨਾਨ ਕਰਦਾ ਹੈ, ਪਰ ਇਹ ਗਊ ਕੌਣ ਹੈ? ਕਿੱਥੋਂ ਪਾਣੀ ਲੈ ਕੇ ਆਉਂਦੀ ਹੈ? ਕਿਸ ਤਰ੍ਹਾਂ ਇਹਦੀ ਸੇਵਾ ਕਰ ਰਹੀ ਹੈ? ਇੱਕ ਹੋਰ ਸ਼ੰਕਾ ਪੈ ਗਿਆ। ਖੈਰ ਦਿਨ ਚੜ੍ਹੇ, ਜਦੋਂ ਸਤਿਗੁਰੂ ਜੀ ਦਾ ਦਰਬਾਰ ਸਜਿਆ, ਜਦੋਂ ਇਹ ਸਿੱਖ ਗਏ ਜਿਨ੍ਹਾਂ ਨੇ ਪਹਿਲੇ ਦਿਨ ਸ਼ਿਕਾਇਤ ਕੀਤੀ ਸੀ, ਉਹਨਾਂ ਨੂੰ ਪੁੱਛਿਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਗੁਰਸਿੱਖੋ, ਵੀ ਤੁਹਾਡੀ ਤਸੱਲੀ ਹੋ ਗਈ, ਤੁਸੀਂ ਨਿਰਣਾ ਕਰ ਲਿਆ ਭਾਈ ਜੈਤ ਸੇਠ ਅੰਮ੍ਰਿਤ ਵੇਲੇ ਇਸ਼ਨਾਨ ਕਰਦਾ ਜਾਂ ਨਹੀਂ? ਗਰੀਬ ਨਵਾਜ਼ ਇਹ ਨਿਰਣਾ ਤੇ ਹੋ ਗਿਆ ਕਿ ਭਾਈ ਜੈਤ ਸੇਠ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਦਾ ਹੈ, ਪਰ ਇੱਕ ਹੋਰ ਸ਼ੰਕਾ ਪੈ ਗਿਆ। ਗੁਰਸਿੱਖੋ ਦੱਸੋ, ਮਹਾਰਾਜ ਅਸੀਂ ਦੇਖਿਆ ਅੰਮ੍ਰਿਤ ਵੇਲੇ ਇੱਕ ਗਊ ਆਈ। ਭਾਈ ਜੈਤ ਸੇਠ ਵੀ ਉਸ ਵੇਲੇ ਤੱਕ ਸਾਵਧਾਨ ਹੋ ਚੁੱਕਾ ਸੀ। ਇਹ ਦਾਤਨ ਵਗੈਰਾ, ਕੋਲਾ ਵਗੈਰਾ ਕਰਕੇ ਉਸ ਕੁੰਡ ਦੇ ਪਾਸ ਆ ਗਿਆ। ਉੱਧਰੋਂ ਉਹ ਗਊ ਪਹੁੰਚ ਗਈ। ਗਊ ਨੇ ਭਾਈ ਜੈਤ ਸੇਠ ਦੀ ਕੁੰਡ ਪਾਣੀ ਨਾਲ ਭਰ ਦਿੱਤੀ, ਔਰ ਭਾਈ ਜੈਤ ਸੇਠ ਨੇ ਇਸ਼ਨਾਨ ਕੀਤਾ। ਅਸੀਂ ਦੇਖਿਆ ਗਊ ਫਿਰ ਗੰਗਾ ਦੀ ਤਰਫ ਨੂੰ ਵਾਪਸ ਮੁੜ ਗਈ। ਥੋੜ੍ਹੀ ਦੂਰ ਜਾ ਕੇ ਅੰਤਰ ਧਿਆਨ ਹੋ ਗਈ। ਅਸੀਂ ਦੇਖਦੇ ਹੀ ਰਹਿ ਗਏ।
ਮਹਾਰਾਜ ਇਹ ਸ਼ੰਕਾ ਪਿਆ ਵੀ ਗਊ ਕੌਣ ਹੈ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਗੁਰਸਿੱਖੋ ਵੀ ਤੁਸੀਂ ਤੇ ਰੋਜ਼ ਆਪ ਜਾ ਕੇ ਗੰਗਾ ਵਿੱਚ ਇਸ਼ਨਾਨ ਕਰਦੇ ਹੋ। ਜਿਤਨੀ ਸਾਡੇ ਨਾਲ ਸਾਧੂਆਂ ਦੀ ਮੰਡਲੀ ਹੈ ਨਾ, ਇਹ ਸਾਰੇ ਆਪ ਜਾ ਕੇ ਗੰਗਾ ਵਿੱਚ ਇਸ਼ਨਾਨ ਕਰਦੇ ਨੇ। ਪਰ ਵੀ ਭਾਈ ਜੈਦ ਸੇਠ ਉਸ ਦੀ ਅਵਸਥਾ ਬਿਰਧ ਹੋ ਚੁੱਕੀ ਹੈ। ਉਹਦਾ ਇਸ਼ਨਾਨ ਕਰਾਉਣ ਵਾਸਤੇ ਗੰਗਾ ਆਪ ਰੋਜ਼ ਗਊ ਦਾ ਰੂਪ ਧਾਰਨ ਕਰਕੇ ਆਉਂਦੀ ਹੈ। ਰੋਜ਼ ਆ ਕੇ ਭਾਈ ਜੈਦ ਸੇਠ ਦੀ ਕੁੰਡ ਭਰ ਕੇ ਜਾਂਦੀ ਹੈ ਔਰ ਉਸ ਪਾਣੀ ਦੇ ਨਾਲ ਭਾਈ ਜੈਦ ਸੇਠ ਰੋਜ਼ ਇਸ਼ਨਾਨ ਕਰਦਾ ਹੈ। ਗੰਗਾ 'ਤੇ ਇਹੋ ਜਿਹੇ ਗੁਰਸਿੱਖਾਂ ਦੀ ਸੇਵਾ, ਉਹਨਾਂ ਦੀ ਚਰਨ ਧੂੜ ਪਰਸਣ ਵਾਸਤੇ ਉਤਾਵਲੀ ਰਹਿੰਦੀ ਹੈ ਕਿ ਵਿਖ ਮੈਲ ਭਰੇ ਭਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਤੀਰਥ ਵੀ ਲੋਟ ਦੇ ਸੰਨਾਂ ਦੀ ਧੂੜੀ ਤਾਈ, ਤੀਰਥ ਵੀ ਲੋਟ ਦੇ ਸੰਨਾਂ ਦੀ ਧੂੜੀ ਤਾਈ। ਹਾਂ ਤੀਰਥ ਵੀ ਲੋਟ ਦੇ ਸੰਤਾਂ ਦੀ ਧੂੜੀ ਤਾਈ, ਤੀਰਥ ਵੀ ਲੋਟ ਦੇ ਸੰਤਾਂ ਦੀ ਧੂੜੀ ਤਾਈ। ਸੰਤਾਂ ਦੀ ਧੂੜੀ ਤਾਈ, ਸੰਤਾਂ ਦੀ ਧੂੜੀ ਤਾਈ, ਸੰਤਾਂ ਦੀ ਧੂੜੀ ਤਾਈ, ਸੰਤਾਂ ਦੀ ਧੂੜੀ ਤਾਈ। ਸੰਤਾਂ ਦੀ ਧੂੜੀ ਤਾਈ, ਸੰਤਾਂ ਦੀ ਧੂੜੀ ਤਾਈ, ਸੰਤਾਂ ਦੀ ਧੂੜੀ ਤਾਈ, ਸੰਤਾਂ ਦੀ ਧੂੜੀ ਤਾਈ। ਤੀਰਥ ਵੀ ਲੋਟ ਦੇ ਸੰਤਾਂ ਦੀ ਧੂੜੀ ਤਾਈ, ਤੀਰਥ ਵੀ ਲੋਟ ਦੇ ਸੰਤਾਂ ਦੀ ਧੂੜੀ ਤਾਈ। ਹਾਂ, ਜਿਸ ਨੂੰ ਤੀਰਥਾਂ ਦੇ ਅਭਿਮਾਨੀ ਦੇਵਤਾ ਵੀ ਪਰਸਣਾ ਚਾਹੁੰਦੇ ਨੇ, ਉਸ ਤੀਰਥ ਦਾ ਇਸ਼ਨਾਨ ਸਾਨੂੰ ਦੱਸਿਆ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਇਹ ਗੁਰਸਿੱਖੋ ਵੀ ਤੁਸੀਂ ਮਾਘ ਮਹੀਨੇ ਦੇ ਵਿੱਚ ਸਾਰ ਸੰਗਤ ਦੀ ਚਰਨ ਧੂੜ ਵਿੱਚ ਇਸ਼ਨਾਨ ਕਰੋ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਆਓ ਸਾਧ ਸੰਗ ਜਿਵੇਂ ਫਿਰ ਸਤਿਗੁਰੂ ਜੀ ਨੇ ਆਪਣੇ ਪੈਰੋਕਾਰਾਂ ਨੂੰ, ਗੁਰਸਿੱਖਾਂ ਨੂੰ ਮਾਘ ਮਹੀਨੇ ਦੁਆਰਾ ਗੁਰਮਤਿ ਦ੍ਰਿੜ ਕਰਵਾਉਣੀ ਹੈ। ਇਸ ਪ੍ਰਕਰਨ ਦੀ ਬਾਬਤ ਬਾਕੀ ਵਿਚਾਰ ਆਪਾਂ ਹੁਣ ਕੱਲ੍ਹ ਕਰਾਂਗੇ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ। 4 ਵੱਜ ਚੁੱਕੇ ਹਨ। ਸਭ ਗੁਰੂ ਫਰਮਾਈ ਭਾਈ ਹੁਣ ਗੁਰੂ ਸਤੋਤਰ ਪੜ੍ਹੋ।
ਫਿਰ ਅਰਦਾਸ ਵਿੱਚ ਸਾਵਧਾਨ ਹੋਣਾ, ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਨਾ। ਫਿਰ ਪੂਰੀ ਸਮਾਪਤੀ ਹੋਣ ਤੋਂ ਬਾਅਦ ਪ੍ਰੇਮ ਨਾਲ ਆਪਣੇ ਘਰਾਂ ਨੂੰ ਚਾਲੇ ਪਾਉਣੇ। 3 ਦੀਵਾਨ ਸਨ ਤੁਹਾਡੇ ਇਸ ਇਲਾਕੇ ਦੇ, ਇਸ ਪੰਡਾਲ ਦੇ। ਦੂਸਰਾ ਦੀਵਾਨ ਥੋੜ੍ਹੀ ਦੇਰ ਤੋਂ ਬਾਅਦ ਗੁਰੂ ਮਹਾਰਾਜ ਦੇ ਹੁਕਮਨਾਮੇ ਨਾਲ ਸੰਪੂਰਨ ਹੋ ਜਾਏਗਾ। ਭਾਈ ਕੱਲ੍ਹ ਦਾ ਤੁਹਾਡਾ ਇੱਕ ਦੀਵਾਨ ਹੋਰ ਬਕਾਇਆ ਹੈ। ਕੱਲ੍ਹ ਨੂੰ ਵੀ ਵਕਤ ਸਿਰ ਪਹੁੰਚ ਕੇ ਗੁਰਬਾਣੀ ਦੇ ਕੀਰਤਨ ਔਰ ਵਿਚਾਰਾਂ ਦਾ ਲਾਭ ਉਠਾ ਕੇ ਸਤਿਗੁਰੂ ਜੀ ਦੇ ਦਰੋਂ ਘਰੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਧਨ ਹੈ, ਧਨ ਹੈ, ਧਨ ਹੈ ਗੁਰੂ ਨਾਨਕ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਅੰਗਦ ਸਾਹਿਬ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਅਮਰਦਾਸ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਰਾਮਦਾਸ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਅਰਜਨ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਹਰਗੋਬਿੰਦ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਸ੍ਰੀ ਹਰਿ ਰਾਏ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਤੇਗ ਬਹਾਦਰ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਗੋਬਿੰਦ ਸਿੰਘ ਜੀ, ਧਨ ਹੈ। ਹਾਂ, ਧਨ ਹੈ, ਧਨ ਹੈ, ਧਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਤੇਰਾ ਪੰਥ ਖਾਲਸਾ, ਧਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋ
ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਕਿਛ ਨਾ ਲੱਗੇਗਾ ਬੋਲ ਪਿਆਰਿਆ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਸਾਧ ਸੰਗਤ ਨੇ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।